मैं मोनिका शर्मा पेंडू ਆਸਟ੍ਰੇਲੀਆ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਤੇ ਅੱਜ ਅਸੀਂ ਮਿੰਟੂ ਜੀ ਦੇ ਨਾਲ ਗੱਲ ਕਰਾਂਗੇ ਤੇ ਇਸ ਤੇ ਡਿਟੇਲ ਤੇ ਗੱਲ ਕਰਾਂਗੇ ਅੱਜ ਅਸੀਂ ਕਿ ਲੇਬਰ ਪਾਰਟੀ ਸਾਊਥ ਆਸਟ੍ਰੇਲੀਆ 'ਚ ਕਿੱਦਾਂ ਵਿਕਟਰੀ ਲੈ ਕੇ ਗਈ ਹੈ ਤੇ ਅਸੀਂ ਐਨਾਲਿਸਿਸ ਕਰਾਂਗੇ ਸਾਊਥ ਆਸਟ੍ਰੇਲੀਆ ਦੇ ਸਟੇਟ ਇਲੈਕਸ਼ਨਸ ਦਾ ਕਿ ਕਿਉਂ ਲਿਬਰਲ ਗਵਰਨਮੈਂਟ ਇੱਕ ਟਰਮ ਤੋਂ ਬਾਅਦ ਹੀ ਬਾਹਰ ਹੋ ਗਈ। ਤੁਹਾਡਾ ਪੇਂਡੂ ਆਸਟ੍ਰੇਲੀਆ 'ਚ ਸਵਾਗਤ ਹੈ। ਸਤਿ ਸ਼੍ਰੀ ਅਕਾਲ ਮੋਨਿਕਾ ਜੀ ਤੇ ਸਾਰੇ ਪਿੰਡੂ ਆਸਟ੍ਰੇਲੀਆ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਆ ਸਾਰੇ ਚੜ੍ਹਦੀ ਕਲਾ 'ਚ ਹੋਣਗੇ। ਬਿਲਕੁਲ ਜੀ, ਵੇਲਾ ਵੀ ਆ ਤੇ ਦਸਤੂਰ ਵੀ ਹੈ, ਜ਼ਰੂਰੀ ਹੈ ਗੱਲ ਕਰਨਾ ਕਿਉਂਕਿ ਦੁਨੀਆ ਭਰ 'ਚ ਆਪਣੇ ਦਰਸ਼ਕ ਜੁੜੇ ਆ ਤੇ ਇੱਕ ਸਬੱਬ ਹੋਰ ਹੈ ਸੇਮ ਟਾਈਮ ਤੇ ਪੰਜਾਬ 'ਚ ਵੀ ਇੱਕ ਬਹੁਤ ਵੱਡੀ ਤਬਦੀਲੀ ਆਈ ਹੈ ਤਾਂ ਐਵੇਂ ਤਬਦੀਲੀ ਸਾਊਥ ਆਸਟ੍ਰੇਲੀਆ 'ਚ ਵੀ ਆਈ ਹੈ ਤੇ ਸੋਚ ਆਪਾਂ ਨੂੰ ਇਸ ਦੀ ਥੋੜ੍ਹੀ ਬਹੁਤੇ ਦੀ ਤਹਿ ਤੇ ਜਾਣਾ ਚਾਹੀਦਾ। ਸੋ ਤੁਸੀਂ ਅੱਜ ਵਧੀਆ ਸਾਡਾ ਸਾਥ ਦਿੱਤਾ ਇਸ ਸਾਰੇ ਵਿਸ਼ੇ ਤੇ ਬੜੀ ਚੰਗਾ ਲੱਗ ਰਿਹਾ। ਸੋ ਮੋਨਿਕਾ ਜੀ ਦੇਖੋ, ਆਪਾਂ ਜਿਵੇਂ ਤੁਸੀਂ ਇੱਕ ਟਰਮ ਦੀ ਗੱਲ ਕੀਤੀ, ਲੋਕ ਕਈ ਵਾਰੀ ਕਹਿਣਗੇ ਵੀ ਇੱਕ ਟਰਮ ਮੀਨਸ ਇਹ ਕੀ ਕਿਉਂ ਕਹਿ ਰਹੇ ਆ, ਆਪਾਂ ਨੂੰ ਤਾਂ ਹੁਣ ਪਤਾ ਇੱਥੇ ਟਰਮ ਹੁੰਦੀ ਹੈ ਜਿਹੜੀ 4 ਸਾਲ ਦੀ, ਜਿਵੇਂ ਇੰਡੀਆ 'ਚ 5 ਸਾਲ ਦੀ ਤਾਂ ਉਹ 4 ਸਾਲ ਦੀ ਟਰਮ ਇੱਥੇ ਇੱਕ ਕਹਿਣ ਦਾ ਮਤਲਬ ਆ ਵੀ ਪਹਿਲਾਂ ਜਿਹੜਾ ਇੱਕ ਦਸਤੂਰ ਜਿਹਾ ਬਣਿਆ ਹੋਇਆ ਸੀ ਵੀ 2 ਟਰਮਾਂ ਤਾਂ ਇੱਕ ਸਰਕਾਰ ਰਹਿੰਦੀ ਸੀ ਮਿਨੀਮਮ। ਪਤਾ ਨਹੀਂ ਕਿਉਂ, ਇਹ ਨਹੀਂ ਕਹਿ ਸਕਦੇ, ਪਰ ਮੈਨੂੰ ਲੱਗਦਾ ਇੱਥੋਂ ਦੇ ਜਿਹੜੇ ਨਾਗਰਿਕ ਆ, ਜਿਹੜੇ ਵੋਟਰ ਆ, ਉਹ ਸੋਚਦੇ ਆ ਵੀ 4 ਸਾਲ ਥੋੜੇ ਆ ਕਿਸੇ ਬੰਦੇ ਨੂੰ ਪਰਖਣ ਲਈ ਤੇ ਉਹਨੂੰ 8 ਸਾਲ ਦਿੰਦੇ ਸੀ। ਤੇ ਐਵੇਂ ਲਿਬਰਲ ਦੀ ਜਿਹੜੀ ਚੱਲਦੀ ਆ ਰਹੀ ਹੈ, ਚਾਹੇ ਇੱਥੇ ਵੀ 2 ਹੀ ਪਾਰਟੀਆਂ ਦਾ ਸੀ, ਤੀਜਾ ਬਦਲ ਨਹੀਂ ਸੀ। ਗ੍ਰੀਨ ਕੋਸ਼ਿਸ਼ ਕਰਦੀ ਆ, ਫੈਮਿਲੀ ਫਸਟ ਹੋਰ ਕਈ ਕੰਮ ਕਰਦੀਆਂ, ਪਰ ਉਸ ਲੈਵਲ ਤੇ ਉਹ ਨਹੀਂ ਪਹੁੰਚ ਸਕੇ ਅਜੇ ਤੱਕ। ਤਾਂ ਇਹਦੇ 'ਚ ਕੀ ਹੋਇਆ ਇਸ ਵਾਰ ਵੀ ਪਿਛਲੇ ਵਾਰ ਕਾਫੀ ਵੇਟ ਕਰਨ ਤੋਂ ਬਾਅਦ ਜਿਹੜੇ ਵੇਟਿੰਗ ਇਨ ਪ੍ਰੀਮੀਅਰ ਸੀ ਲਾਈਨ ਦੇ ਵਿੱਚ ਸਟੀਵਨ ਮਾਰਸ਼ਲ, ਉਹ 2-3 ਵਾਰੀ ਬੜੀ ਨੇੜੇ ਤੋਂ ਹਾਰਦੇ ਪਿਛਲਾ ਜਿਹੜਾ ਟਰਮ ਉਹਨਾਂ ਦੇ ਹਿੱਸੇ ਆਇਆ ਸੀ। ਪਿਛਲੇ ਟਰਮ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ, ਬੜੀ ਅੱਛੀ ਸ਼ੁਰੂਆਤ ਕੀਤੀ। ਆਸਾਂ ਐ ਵੱਧ ਸੀ ਵੀ ਫੈਡਰਲ ਦੇ ਵਿੱਚ ਵੀ ਲਿਬਰਲ ਸੀ, ਤਾਂ ਜਦੋਂ ਉੱਤੇ ਵੀ ਲਿਬਰਲ ਥੱਲੇ ਵੀ ਲਿਬਰਲ, ਤਾਂ ਸਭ ਨੂੰ ਆਸ ਸੀ ਵੀ ਇਹ ਸਰਕਾਰ ਕਾਫੀ ਕੁਛ ਕਰੂਗੀ ਤੇ ਜਾਂਦੀ ਨਹੀਂ 2 ਪਲਾਨ। ਇਸ ਆਸ ਨਾਲ ਜਿਹੜਾ ਅੱਗੇ ਕੰਮ ਚੱਲਿਆ ਸੀ, ਪਰ ਕਹਿ ਸਕਦੇ ਆ ਮੰਦਭਾਗੇ ਕਹਿ ਸਕਦੇ ਆ ਵੀ ਇਹਨਾਂ ਦੀ ਟਰਮ ਦੇ ਦੌਰਾਨ ਸ਼ੁਰੂਆਤ ਕੀਤੀ ਤਾਂ ਕੋਵਿਡ ਆ ਗਿਆ, ਜਿਹੜੀ ਕਿ ਦੁਨੀਆ ਭਰ ਨੂੰ ਉਹਨੇ ਅਫੈਕਟ ਕੀਤਾ ਤੇ ਇਹ ਵੀ ਨਹੀਂ ਬਚ ਸਕਦੇ ਸੀ। ਹੁਣ ਸ਼ੁਰੂਆਤ 'ਚ ਬੜੀ ਬਹਿਜਾ ਖੱਟੀ ਸਾਊਥ ਆਸਟ੍ਰੇਲੀਆ ਨੇ ਕੋਵਿਡ ਤੋਂ, ਵੀ ਸਾਊਥ ਆਸਟ੍ਰੇਲੀਆ ਕਿਹੋ ਜਿਹਾ ਸਟੇਟ ਰਿਹਾ ਜਿਹਦੇ 'ਚ ਸਿਰਫ 2 ਲੋਕਡਾਊਨ ਲੱਗੇ, ਉਹ ਵੀ 2-2 ਦਿਨਾਂ ਦੇ। ਜਿੱਥੇ ਮੈਲਬਰਨ ਕਿੰਨਾ ਦੁਖੀ ਹੋਇਆ, ਸਿਡਨੀ ਦੁਖੀ ਹੋਇਆ, ਇਦਾਂ ਕੁਛ ਐਡਲੇਡ 'ਚ ਨਹੀਂ ਹੋਇਆ, ਆਸਟ੍ਰੇਲੀਆ ਸਾਊਥ ਆਸਟ੍ਰੇਲੀਆ 'ਚ ਨਹੀਂ ਹੋਇਆ। ਤੇ ਉਹਦੇ ਕ੍ਰੈਡਿਟ ਵੀ ਬੜੇ ਮਿਲੇ ਮਾਰਸ਼ਲ ਗਵਰਨਮੈਂਟ ਨੂੰ। ਲੋਕਾਂ ਨੇ ਕਿਹਾ ਬੜਾ ਸੋਹਣਾ ਮੈਨੇਜ ਕਰਿਆ, ਹੋਰ ਵੀ ਨਿੱਕੇ ਜਿਹੜੇ ਫੈਸਲੇ ਜੇ ਉਹਨਾਂ ਨੇ ਲਏ। ਪਰ ਕਹਿੰਦੇ ਆ ਲੋਕਾਂ ਦੀ ਅੱਜ ਕੱਲ੍ਹ ਨਾ ਜਿਹੜੀ ਮੈਮਰੀ ਆ ਉਹ ਸ਼ਾਰਟ ਹੋ ਗਈ, ਉਹ ਲੰਮੀ ਚੀਜ਼ ਕੋਈ ਨਹੀਂ ਦੇਖਦੇ, ਉਹ ਦੇਖਦੇ ਆ ਛੇਤੀ ਕੀ ਵਾਪਰਿਆ। ਤਾਂ ਜਦੋਂ ਕੋਵਿਡ ਨੇ ਬਹੁਤ ਜ਼ਿਆਦਾ ਬਿਜ਼ਨਸ ਅਫੈਕਟ ਕਰਤੇ, ਉਸ ਟਾਈਮ ਦੇ ਉੱਤੇ ਸਰਕਾਰ ਸਖਤ ਰਹੀ। ਸਰਕਾਰ ਨੇ ਮੈਲਬਰਨ ਤੋਂ ਆਉਣ ਜਾਣ ਨਹੀਂ ਦਿੱਤਾ ਕਿਸੇ ਬੰਦੇ ਨੂੰ ਵੀ, ਹਾਲਾਂਕਿ ਵਿਕਟੋਰੀਆ ਸਭ ਤੋਂ ਨੇੜੇ ਸੀ, ਵਪਾਰ ਬਹੁਤ ਸੀ ਵਿਕਟੋਰੀਆ ਨਾਲ, ਉਹਦੇ ਨਾਲ ਸੰਬੰਧ ਚੰਗੇ ਨਹੀਂ ਸੀ ਲਿਬਰਲ ਕਰਕੇ। ਤਾਂ ਉਸ ਨੇ ਜਿਹੜੀ ਇੱਕ ਖਿੱਚੋਤਾਣ ਜੀ ਬਣਾ ਕੇ ਬਿਜ਼ਨਸ ਬਹੁਤ ਅਫੈਕਟ ਕਰਤੇ। ਤੇ ਜਦੋਂ ਕੰਪੇਅਰ ਕੀਤਾ ਮੈਲਬਰਨ ਦੇ ਵਿੱਚ ਜਾਂ ਵਿਕਟੋਰੀਆ ਤੇ ਜਾਂ ਨਿਊ ਸਾਊਥ ਵੇਲਜ਼ ਨਾਲ ਫੰਡ ਦੇਣ ਦਾ ਜਾਂ ਜਿਹੜੇ ਜਿਹਨੂੰ ਕਹਿ ਸਕਦੇ ਆ ਅਸਿਸਟੈਂਟ ਦਿੱਤੀ ਹੈ ਜਿੰਨੀ ਵੀ, ਉਹ ਕਿਤੇ ਅਸੀਂ ਥੱਲੇ ਸੀ ਤੇ ਦਿੱਤੀ ਬਹੁਤ, ਪਰ ਉਸ ਲੈਵਲ 'ਚ ਨਹੀਂ ਦਿੱਤੀ ਗਈ। ਜਿਵੇਂ ਅਸੀਂ ਰੋਜ਼ ਸੁਣਦੇ ਹਾਂ ਵੀ ਵਿਕਟੋਰੀਆ ਤਾਂ ਇੱਕ ਉਬਰ ਡਰਾਈਵਰ ਨੂੰ ਵੀ ਵੱਡੀ ਰਕਮ ਮਿਲੀ, ਪਰ ਇੱਥੇ ਨਹੀਂ ਉਵੇਂ ਮਿਲੀ। ਪਰ ਫਿਰ ਵੀ ਕਿਤੇ ਨਾ ਕਿਤੇ ਸਾਊਥ ਆਸਟ੍ਰੇਲੀਅਨ ਇਸ ਗੱਲੋਂ ਖੁਸ਼ ਸੀ ਵੀ ਅਸੀਂ ਕੋਵਿਡ ਤੋਂ ਬਚੇ ਹੋਏ ਹਾਂ, ਸਾਡਾ ਕੰਮ ਰੁੜ ਰਿਹਾ ਥੋੜਾ। ਪਰ ਅਚਾਨਕ ਕੀ ਹੁੰਦਾ ਵੀ ਅੱਕ ਗਏ ਅਖੀਰ ਲੋਕ, ਤਾਂ ਕੋਵਿਡ ਦੀਆਂ ਜਿਹੜੀਆਂ ਇੱਕੇਦਮ ਫਿਰ ਰੱਬ ਆਸਰੇ ਛੱਡਤਾ ਵੀ ਕਿਸੇ ਵੀ ਚੀਜ਼ ਨੂੰ ਤੁਸੀਂ ਮੰਨ ਲਓ ਬਹੁਤ ਉੱਚਾ ਠਾਉਣੇ ਹੋ ਤੇ ਉਹਨੂੰ ਇੱਕੇਦਮ ਨਹੀਂ ਥੱਲੇ ਸਿੱਟ ਸਕਦੇ, ਉਹਨੂੰ ਸਲੋਲੀ ਤੁਸੀਂ ਕਰ ਸਕਦੇ। ਸਡਨਲੀ ਸਾਰਾ ਕੁਝ ਖੋਲਤਾ। ਹਾਂਜੀ, ਉਹ ਚੀਜ਼ ਕਿਤੇ ਨਾ ਕਿਤੇ ਨੈਗੇਟਿਵ ਗਈ। ਉਹ ਖੋਲਣ ਦਾ ਕਾਰਨ ਇਹ ਸੀ ਵੀ ਇਹਨਾਂ ਕੋਲੇ ਹੋਰ ਇੰਨੇ ਪੈਸੇ ਨਹੀਂ ਸੀ ਜਿਹੜੇ ਕਿ ਲੋਕਾਂ ਨੂੰ ਉਹ ਉਹਨਾਂ ਦੀ ਪਾ ਸਕਦੇ, ਉਹਨਾਂ ਦੇ ਅਕਾਊਂਟਾਂ 'ਚ ਪਾ ਸਕਦੇ ਬੈਠਿਆਂ ਦੇ। ਤਾਂ ਉਹਨਾਂ ਨੂੰ ਲੱਗਿਆ ਵੀ ਕਿਉਂ ਨਾ ਹੁਣ ਆਪਾਂ ਖੋਲ ਦਈਏ। ਤੇ ਉਹ ਜੋ ਖੋਲਣ ਤੋਂ ਬਾਅਦ ਮਾਰਾ ਕੰਮ ਹੋ ਗਿਆ। ਭਾਵੇਂ ਅਸੀਂ ਫੇਰ ਵੀ ਲੱਕੀ ਰਹੇ ਵੀ ਸਾਡੇ ਉਹਨਾਂ ਨੁਕਸਾਨ ਨਹੀਂ ਕੀਤਾ, ਨੰਬਰਸ ਨਹੀਂ ਜੀ, ਪਰ ਉਸ ਦੇ ਨਾਲ ਨਾ ਫੇਰ ਚੱਲ ਪਿਆ ਇਲੈਕਸ਼ਨਾਂ ਦਾ ਦੌਰ। ਉਹ ਲਾਸਟ ਸਾਲ ਆ ਗਿਆ। ਲਾਸਟ ਸਾਲ ਦੇ ਵਿੱਚ ਜਿਹੜੀਆਂ ਅਨਾਊਂਸਮੈਂਟ ਸੀਗੀਆਂ, ਉੱਥੇ ਆ ਕੇ 2-3 ਵੱਡੀਆਂ ਗਲਤੀਆਂ ਕਰ ਬੈਠੀ ਜਿਹੜੀ ਲਿਬਰਲ ਸਰਕਾਰ, ਜਿਹੜੀ ਕਿ ਮੇਰਾ ਮੰਨਣਾ। ਤੇ ਉਸੇ ਚੀਜ਼ ਨੂੰ ਜਦੋਂ ਵਿਰੋਧੀ ਬੈਠੇ ਹੁੰਦੇ ਆ, ਉਹ ਤਾਕ 'ਚ ਬੈਠੇ ਹੁੰਦੇ ਆ ਵੀ ਇਹਨਾਂ ਨੇ ਆਹ ਕੀਤੀ ਆ, ਇਹਦੇ ਆਹ ਲੋਕਾਂ ਦੇ ਰਿਵਿਊ ਆ ਰਿਹਾ ਤੇ ਆਪਾਂ ਉਹਨੂੰ ਕਿਵੇਂ ਬਣਾਉਣਾ। ਤਾਂ ਉਹ ਕਿਹੜੀਆਂ ਗਲਤੀਆਂ ਨੇ? ਮੇਨ ਜਿਹੜੀ ਗਲਤੀ ਮੈਂ ਮੰਨਦਾ, ਜਿਹੜੀ ਸਭ ਤੋਂ ਵੱਡੀ ਇਹਨਾਂ ਦੇ ਗਲਤੀ ਬੈਠੀ ਆ, ਜਿਹਨੂੰ ਕਹਿੰਦੇ ਸਕਦੇ ਆ ਹੱਡਾਂ 'ਚ ਬੈਠਣਾ,
ਤੇ ਉਹ ਹੈਲਥ ਸਿਸਟਮ। ਹੈਲਥ ਸਿਸਟਮ ਦੇ ਮਾਮਲੇ ਦੇ ਵਿੱਚ ਤੁਸੀਂ ਨੋਟ ਕੀਤਾ ਹੋਣਾ ਪਿਛਲੇ ਕੁਝ ਕੁ ਚਿਰਾਂ ਤੋਂ ਐਂਬੂਲੈਂਸਾਂ ਦੇ ਪਿੱਛੇ ਨਾ ਇੱਕ ਲਾਈਨ ਲਿਖੀ ਮਿਲਦੀ ਸੀ, ਬਹੁਤ ਸਾਰੀਆਂ ਐਂਬੂਲੈਂਸਾਂ ਹਨ, ਵੀ ਆਰ ਅੰਡਰ ਮਾਰਸ਼ਲ ਗਵਰਨਮੈਂਟ। ਉਹ ਬੜੀ ਅਜੀਬ ਲੱਗਦੀ ਸੀ, ਐਮਰਜੈਂਸੀ ਐਂਬੂਲੈਂਸ ਦੇ ਮਗਰੋਂ ਗੱਲ ਲਿਖੀ, ਪਰ ਉਹ ਬੜੇ ਇੱਕ ਬਹੁਤ ਵੱਡਾ ਕਟਾਕਸ਼ ਸੀ। ਉਹਦਾ ਕਾਰਨ ਇਹ ਸੀ ਵੀ ਐਂਬੂਲੈਂਸਾਂ ਦੇ ਤੇ ਹੈਲਥ ਦੇ ਬਜਟ 'ਚ ਬਹੁਤ ਵੱਡਾ ਜਿਹੜਾ ਕੱਟ ਆਊਟ ਲਾਉਣਾ ਪੈ ਗਿਆ ਮਾਰਸ਼ਲ ਗਵਰਨਮੈਂਟ ਨੂੰ। ਉਹ ਕੱਟ ਲਾਉਣ ਨਾਲ ਇਹ ਹਾਲ ਹੋ ਗਿਆ ਵੀ ਤੁਸੀਂ ਅਕਸਰ ਬੋਰਡ ਪੜ੍ਹਦੇ ਹੋ ਰੈਂਪਿੰਗ ਟਾਈਮ। ਰੈਂਪਿੰਗ ਟਾਈਮ ਆਮ ਬੰਦਿਆਂ ਲਈ ਨਵਾਂ ਜਿਹਾ ਸ਼ਬਦ ਆ, ਪਰ ਰੈਂਪਿੰਗ ਟਾਈਮ ਕਿੱਥੋਂ ਮੰਨਿਆ ਜਾਂਦਾ? ਇਹ ਹੈਗਾ ਜੀ ਐਂਬੂਲੈਂਸ ਦਾ, ਵੀ ਜੇ ਐਂਬੂਲੈਂਸ ਤੁਹਾਡੇ ਕੋਲੇ ਆਉਂਦੀ ਸੀ ਤਾਂ 9 ਮਿੰਟ ਦਾ ਟਾਈਮ ਸੀ ਉਹਦਾ, ਵੀ 9 ਤੋਂ 10 ਮਿੰਟ 'ਚ 000 ਕਾਲ ਕਰੋ ਤੁਹਾਡੇ ਕੋਲੇ ਆਊਗੀ। ਤੇ ਐਂਬੂਲੈਂਸ ਦੀ ਇੱਕ ਹੋਰ ਸੀ ਵੀ ਜੇ ਐਮਰਜੈਂਸੀ ਵਾਰਡ ਦੇ ਵਿੱਚ ਜਾਓਗੇ ਤੁਸੀਂ ਤਾਂ ਸਿੱਧਾ ਲੈ ਜਾਓਗੇ, ਡਾਇਰੈਕਟ ਐਂਟਰੀ ਸੀਗੀ। ਉਹ ਚੀਜ਼ਾਂ ਤੇ ਇਹ ਅਸਰ ਆਇਆ ਵੀ ਜਿਹੜਾ ਰੈਂਪਿੰਗ ਟਾਈਮ ਕਾਲ ਤੋਂ ਬਾਅਦ ਐਂਬੂਲੈਂਸ ਦੇ ਡਾਕਟਰ ਤੱਕ ਪਹੁੰਚਣ ਤੱਕ ਦਾ ਜਿਹੜਾ ਟਾਈਮ ਆ, ਉਹਦੇ 'ਚ 2 ਘੰਟਿਆਂ ਦਾ ਡਿਲੇ ਆ ਗਿਆ। ਤੇ 2 ਘੰਟਿਆਂ ਦੌਰਾਨ 2-4 ਜਿਹੜਾ ਇਸ ਤੇ ਇਨਸੀਡੈਂਟ ਵੀ ਹੋਏ ਜਿਨ੍ਹਾਂ 'ਚ ਡੈਥ ਹੋਈ, ਜਿਹੜੇ ਲੋਕਾਂ ਨੂੰ ਲੋੜ ਸੀ ਤੇ ਉਹ ਨਹੀਂ ਹੋ ਸਕੇ, ਉਹ ਡੈਥ ਹੋ ਗਈ। ਬਹੁਤ ਜ਼ਿਆਦਾ ਐਂਬੂਲੈਂਸਾਂ 'ਚ ਹੀ ਡੈਥ ਹੋਈ ਹੁਣੀ। ਇਲੈਕਸ਼ਨਸ ਤੋਂ ਪਹਿਲਾਂ ਹੀ 2 ਡੈਥਸ ਹੋਈਆਂ ਐਂਬੂਲੈਂਸ, ਜਸਟ ਵੋਟਿੰਗ ਤੋਂ 2 ਦਿਨ ਪਹਿਲਾਂ। ਉਹਨਾਂ ਨੇ ਬਹੁਤ ਵੱਡਾ ਇਫੈਕਟ ਪਾਇਆ ਲੋਕਾਂ ਦੀ ਸੋਚ ਤੇ, ਵੀ ਸਾਡੇ ਲਈ ਐਡੇ ਵਧੀਆ ਮੁਲਕ ਦੇ ਵਿੱਚ ਅਸੀਂ ਵੱਸਦੇ ਹਾਂ, ਸਾਰਾ ਸਿਸਟਮ ਵਧੀਆ, ਤੇ ਹੈਲਥ ਦੇ ਵਿੱਚ ਨਰਸਾਂ ਦਾ ਕੱਟ ਲਾਤਾ, ਡਾਕਟਰਾਂ ਦਾ ਕੱਟ ਲਾਤਾ, ਐਂਬੂਲੈਂਸ ਦਾ ਕੱਟ ਲਾਤਾ। ਤੇ ਫਿਰ ਜੇ ਕੱਟ ਲਾਉਣ ਦਾ ਬਹਾਨਾ ਇਹ ਕਹਿੰਦੇ, ਕੱਟ ਲਾਉਣ ਤੋਂ ਬਾਅਦ ਇਹ ਕਹਿੰਦੇ ਵੀ ਕੋਵਿਡ ਕਰਕੇ ਕੱਟ ਲੱਗਿਆ, ਵੀ ਅਸੀਂ ਕਵਰ ਅਪ ਕਰ ਦਿਆਂਗੇ, ਇਹਨੂੰ ਬੈਕ ਲਿਆਵਾਂਗੇ। ਜੇ ਇਦਾਂ ਵੀ ਲਿਬਰਲ ਕਿਤੇ ਨਾ ਕਿਸ ਟਾਈਮ ਨਾਲ ਕਨਵਿੰਸ ਕਰ ਲੈਂਦੀ ਬੈਟਰ ਸੀ। ਉਹਨਾਂ ਨੇ ਉਲਟਾ ਕੀ ਕੀਤਾ, ਇੱਕ ਹੋਰ ਅਦੇ ਤੇ ਮੇਖੇ ਜੜਤੀ ਵੀ। ਉਹਨਾਂ ਨੇ ਕਿਹਾ ਵੀ ਅਸੀਂ ਬਾਸਕਟਬਾਲ ਦੇ ਲਈ ਬਹੁਤ ਵੱਡਾ ਇੱਕ ਸਟੇਡੀਅਮ ਬਣਾ ਰਹੇ ਹਾਂ, 660 ਮਿਲੀਅਨ, 6 ਬਿਲੀਅਨ ਤੋਂ ਉੱਤੇ, 6.5 ਬਿਲੀਅਨ ਤੋਂ ਉੱਤੇ। ਤੇ ਉਹ ਹੁਣ ਲੋਕਾਂ ਕੋਲੇ ਸਿੱਧੀ ਗੱਲ ਗਈ ਵੀ ਉਹੀ ਲੇਬਰ ਨੇ ਚੱਕ ਲਈ। ਉਹ ਤਾਂ ਜਿੱਥੇ ਵੀ ਜਾਂਦੇ ਸੀ ਮੈਂ ਦੇਖਿਆ ਕੈਂਪੇਨਿੰਗ 'ਚ ਇੱਕੋ ਹੀ ਗੱਲ ਬੋਲਦੇ ਸੀ ਕਿ ਬਾਸਕਟਬਾਲ ਸਟੇਡੀਅਮ ਆ ਰਿਹਾ ਜਾਂ ਤੁਹਾਨੂੰ ਹੈਲਥ ਚਾਹੀਦੀ। ਹਾਂ, ਬਸ ਉਹ ਬਹੁਤ ਵੱਡੀ ਗੱਲ ਸੀ ਜੀ। ਤੇ ਉਹ ਚੀਜ਼ ਇਹਨਾਂ ਦੇ ਫੇਰ ਹੱਡਾਂ 'ਚ ਬੈਠ ਗਈ ਤੇ ਉਸ ਚੀਜ਼ ਤੋਂ ਇਹਨਾਂ ਨੂੰ ਨਿਕਲਣਾ ਕਾਫੀ ਔਖਾ ਹੋ ਗਿਆ। ਤੇ ਦੂਜਾ ਮੈਂ ਇੱਕ ਚੀਜ਼ ਜਿਹੜੀ ਨੋਟ ਕੀਤੀ ਆ ਲੇਬਰ ਦੇ ਮਾਮਲੇ 'ਚ, ਲੇਬਰ ਨੇ ਪਿਛਲੇ 10 ਸਾਲ ਦੇ ਵਿੱਚ ਬਹੁਤ ਵੱਡੇ ਡਿਸੀਜਨ ਲਏ। ਉਹ ਵੱਡੇ ਡਿਸੀਜਨਾਂ ਦੇ ਵਿੱਚ ਉਹਨਾਂ ਨੇ ਆਪਦੀ ਪਾਰਟੀ ਦੇ ਵਿੱਚ ਵੀ ਵੱਡਾ ਫੇਰਬਦਲ ਕੀਤਾ। ਕਿਸੇ ਨੇ ਸੋਚਿਆ ਤੱਕ ਨਹੀਂ ਸੀ, ਜਿਹੜਾ ਨੌਜਵਾਨ ਥੋੜੇ ਦਿਨਾਂ ਪਹਿਲਾਂ ਪਾਰਟੀ ਦੇ ਇੱਕ ਆਫਿਸ ਦੇ ਵਿੱਚ ਇੱਕ ਛੋਟੀ ਜੀ ਪੋਸਟ ਦੇ ਉੱਤੇ ਸੀ ਵੀ, ਤੇ ਉਹਨੂੰ ਥੋੜੀ ਜੀ ਇੱਕੋ ਗੱਲ ਦੱਸਣ ਨਾਲ ਮਾਈਗ੍ਰੇਨ ਦੀ ਜਿਹੜੀ ਜਦੋਂ ਸਰਕਾਰ ਜਾਂਦੀ ਆ, ਜਦੋਂ ਆਪਦਾ ਬਹੁਮਤ ਖੋਹਦੇ ਆ, ਉਦੋਂ ਨਿੱਕਾ ਜਿਹਾ ਰੋਲ ਨਿਭਾਇਆ ਜਿਹੜੇ ਮਾਨਯੋਗ ਹੁਣ ਪ੍ਰੀਮੀਅਰ ਬਣਿਆ ਮਿਸਟਰ ਪੀਟਰ ਮਲਨ। ਹਾਂਜੀ, ਉਹਨਾਂ ਨੇ ਇੱਕ ਗੱਲ ਕਹੀ ਤਾਂ ਉਹਦੇ ਨਾਲ ਸਰਕਾਰ ਦੇ ਵਿੱਚ ਜੇ ਵੈਦਰਲ ਸਰਕਾਰ ਦੀ ਨਜ਼ਰ 'ਚ ਆਏ। ਜੇ ਵੈਦਰਲ ਨੇ ਉਹਨਾਂ ਨੂੰ ਥੋੜੇ ਚਿਰ 'ਚ ਮਿਨਿਸਟਰ ਲਿਆ ਐਡੇ ਜੰਗ ਨੂੰ, ਕਿਉਂਕਿ ਅੱਜ ਵੀ ਉਹਨਾਂ ਦੀ 42 ਸਾਲ ਏਜ ਹੈ ਤੇ ਅੱਜ ਤੋਂ 7 ਸਾਲ ਪਹਿਲਾਂ ਉਹਨਾਂ ਨੂੰ ਮਿਨਿਸਟਰ ਲੈ ਲਿਆ। ਠੀਕ ਹੈ ਜੀ, ਮਿਨਿਸਟਰ ਲੈਣ ਤੋਂ ਬਾਅਦ ਉਹਨਾਂ ਨੂੰ ਵਧੀਆ ਜ਼ਿੰਮੇਵਾਰੀਆਂ ਦਿੱਤੀਆਂ, ਚੰਗੇ ਮਹਿਕਮੇ ਦਿੱਤੇ। ਤੇ ਉਸੇ ਦੌਰਾਨ ਜਦੋਂ ਜੇ ਵੈਦਰਲ ਸਰਕਾਰ ਛੱਡ ਰਹੇ ਆ, ਉਹ ਕਹਿ ਗਏ ਵੀ ਇਹ ਬੰਦਾ ਨੈਕਸਟ ਪ੍ਰੀਮੀਅਰ ਆ। ਹਾਲਾਂਕਿ ਉਹ ਤੋਂ ਬਾਅਦ ਪਹਿਲਾਂ ਬਹੁਤ ਸਾਰੇ ਸੀਨੀਅਰਸ ਲਾਈਨ 'ਚ ਬੈਠੇ ਸੀ, ਲੇਬਰ ਦੇ ਸੀਨੀਅਰਸ, ਜਿਨ੍ਹਾਂ ਨੇ ਲੇਬਰ ਲਈ ਜ਼ਿੰਦਗੀ ਲਾਤੀ ਸੀ। ਪਰ ਫਿਰ ਵੀ ਉਹਨਾਂ ਨੇ ਇੱਕ ਉਹ ਨੌਜਵਾਨ ਚੁਣਿਆ ਜਿਹੜੇ ਨੌਜਵਾਨ 'ਚ ਦਿਖਦੀ ਸੀ ਵੀ ਇਹ ਕੁਆਲਿਟੀ ਹੈ। ਤੇ ਮੈਂ ਦੇਖ ਰਿਹਾ ਸੀ, ਉਹਨਾਂ ਦੀ ਪੜ੍ਹ ਰਿਹਾ ਸੀ, ਉਹਨਾਂ ਦੀ ਬਾਇਓਗ੍ਰਾਫੀ ਉਹਨਾਂ ਦੀ ਪੁਰਾਣੀ, ਤੇ ਉਹਦੇ 'ਚ ਵੀ ਇਹ ਗੱਲ ਕਹਿ ਰਹੇ ਆ ਵੀ ਉਹਦੇ ਸਕੂਲ 'ਚੋਂ ਵੀ ਉਹਨੂੰ ਰਿਮਾਰਕਸ ਮਿਲਿਆ ਤਾਂ ਉਹਦੇ 'ਚ ਇਹ ਲਿਖਿਆ ਗਿਆ ਵੀ ਇਹ ਬੰਦਾ ਆਉਣ ਵਾਲਾ ਲੀਡਰ ਆ। ਜੇ ਉਹਨਾਂ ਨੂੰ ਹੋਰ ਵੀ ਬਹੁਤ ਸਾਰੇ ਨੇ ਕਿਹਾ ਇਹ ਬੰਦਾ ਆਉਣ ਵਾਲਾ ਪ੍ਰੀਮੀਅਰ ਆ, ਵੀ ਲੋਕਾਂ ਨੇ ਜੰਮਦੀ ਸੂਲ ਦਾ ਮੈਂ ਦੇਖਿਆ ਕਿ ਉਹ ਲੋਕਾਂ ਨਾਲ ਜੁੜਦੇ ਸੀ। ਆਪਣਾ ਉਹਨਾਂ ਦਾ ਜਿਹੜਾ ਕੈਂਪੇਨ ਵੀ ਸੀਗਾ ਉਹ ਬਹੁਤ ਜ਼ਿਆਦਾ ਫੈਮਿਲੀ ਓਰੀਐਂਟਡ ਕੈਂਪੇਨ ਸੀ ਤੇ ਬਹੁਤ ਲੋਕ ਉਹਦੇ ਨਾਲ ਬੜੇ ਜੁੜ ਰਹੇ ਸੀ, ਮਾਸਸ ਜੁੜ ਰਹੇ ਸੀ ਉਹਦੇ ਨਾਲ। ਜਦੋਂ ਕਿ ਨੌਜਵਾਨ ਹੁੰਦਾ ਨਾ, ਨੌਜਵਾਨ ਕੋਲੇ એનર્ਜੀ ਹੁੰਦੀ ਆ, ਉਹ એનર્ਜੀ ਨਾਲ ਆਏ। ਉਹਨਾਂ ਨੇ ਨਵੇਂ ਆਈਡੀਆ ਲਿਆਂਦੇ, ਉਹਨਾਂ ਨੇ ਆਧੁਨਿਕਤਾ ਨੂੰ ਵਰਤਿਆ। ਪਿੱਛੇ ਜੇ ਇੱਕ ਆਧੁਨਿਕ ਉਹਨਾਂ ਨੇ ਚਲਾਇਆ ਸੀ ਵੀ ਆਸਕ ਪੀਟਰ ਦੇ ਨਾਂ ਦੇ ਉੱਤੇ ਇੱਕ ਮੁਹਿੰਮ ਚਲਾਈ ਉਹਨਾਂ ਨੇ ਆਨਲਾਈਨ। ਤੁਸੀਂ ਕੋਈ ਵੀ ਸਵਾਲ ਉਹਨਾਂ ਨੂੰ ਲਾਈਵ ਪੁੱਛ ਸਕਦੇ ਸੀ ਤੇ ਉਹ ਲਾਈਵ ਵੀਡੀਓ ਕਾਲ ਤੇ ਜਵਾਬ ਦਿੰਦੇ ਸੀ, ਕੋਈ ਵੀ ਨਾਗਰਿਕ। ਬਹੁਤ ਵੱਡੀ ਗੱਲ ਸੀ ਇਹ। ਤਾਂ ਉਹਨਾਂ ਚੀਜ਼ਾਂ ਨੇ ਉਹਨਾਂ ਨੂੰ ਲੋਕਾਂ ਦਾ ਲੀਡਰ ਬਣਾਤਾ। ਤੇ ਇੱਕ ਸੇਮ ਟਾਈਮ ਤੇ ਜਿਹੜੇ ਲਿਬਰਲ ਇਹ ਗਲਤੀ ਕਰਕੇ ਜਿਹੜੀਆਂ 2-3 ਗਲਤੀਆਂ ਉਹਨਾਂ ਨੇ ਕੀਤੀਆਂ ਤੇ ਉਹ ਇੱਕੋ ਟਰਮ 'ਚ ਜਿਹੜੀ ਸਿਮਟ ਕੇ ਰਹਿ ਗਈ ਤੇ ਹੁੰਜਾ ਫਿਰ ਜਿੱਤੀ ਕਹੂੰਗਾ ਮੈਂ ਇੱਥੇ। ਕਾਰਨ ਕੀ ਆ? ਨਾਰਮਲ ਇਸ ਮੁਲਕ ਦੇ ਵਿੱਚ ਜਿਹੜੀ ਸਵਿੰਗ ਆ 1 ਤੋਂ 2% ਹੁੰਦੀ ਹੈ ਤੇ ਕਿਤੇ ਜਿਹੜੇ ਸਰਕਾਰ ਮੈਜੋਰਿਟੀ ਸੀ ਤੇ ਉਹਨੇ 12 ਸੀਟਾਂ ਤੇ ਰਹਿ ਜਾਣਾ। ਟੋਟਲ ਇੱਥੇ ਮੈਂ ਦੱਸ ਦਿਆਂ 47 ਸੀਟਾਂ ਦੀ 24 ਸੀਟਾਂ ਵਾਲੀ ਦੀ ਸਰਕਾਰ ਬਣਦੀ ਆ, ਪਰ ਕੱਲ ਜਿਹੜੇ ਅਖੀਰੀ ਰਿਜ਼ਲਟਾਂ ਤੱਕ 25 ਹੋ ਗਏ ਸੀ। ਅਜੇ ਕੁਝ ਕੁ ਸੀਟਾਂ ਦੀ ਗਿਣਤੀ ਵਿਚਾਲੇ ਪਈ ਆ, ਪਰ ਫਿਰ ਵੀ ਸਰਕਾਰ ਬਣ ਚੁੱਕੀ ਆ। ਤੇ ਹਜੇ ਵੀ ਇਹਨਾਂ ਦੇ ਇਸ ਵਾਰ ਤਾਂ ਪੋਸਟਲ ਬੈਲਟਸ ਅਜੇ ਖੁੱਲਨੇ ਆ ਕਿਉਂਕਿ ਕੋਵਿਡ ਦੇ ਕਾਰਨ ਪੋਸਟਲ ਬੈਲਟ ਵੀ ਹੋਇਆ। ਤਾਂ ਕਲੀਅਰ ਵਿਨਿੰਗ ਲੇਬਰ ਦੀ ਹੋਈ ਤੇ ਅਸੀਂ
ਇਸ ਟਾਈਮ ਡਿਸਕਸ ਕਰ ਰਹੇ ਹਾਂ ਪੀਟਰ ਮੈਲਨਾਸਕਸ ਦੇ ਬਾਰੇ, ਜੀ, ਜਿਹੜੇ ਨਵੇਂ ਪ੍ਰੀਮੀਅਰ ਬਣੇ ਨੇ। ਬਿਲਕੁਲ। ਤੇ ਮੈਂ ਅੱਜ ਪੜ੍ਹ ਰਹੀ ਸੀ ਉਹਨਾਂ ਬਾਰੇ ਕਿ ਉਹ ਟਰਾਲੀ ਮੈਨ ਮੇਕਸ ਇਟ ਟੂ ਦ ਪ੍ਰੀਮੀਅਰ। ਦੇਖੋ ਸਿੰਪਲ ਮੈਨੂੰ ਲੱਗਦਾ ਜੀ ਹਾਂ, ਇਸ ਚੀਜ਼ ਨੂੰ ਆਪਾਂ ਇਸ ਢੰਗ ਨਾਲ ਨਾ ਲਾਈਏ। ਸਾਡੇ ਕਈ ਵਾਰੀ ਲੋਕ ਦਰਸ਼ਕ ਨੇ ਜਿਹੜੇ ਪੰਜਾਬ ਤੋਂ ਇੰਡੀਆ ਤੋਂ ਜੁੜਦੇ ਆ, ਉਹਨਾਂ ਨੂੰ ਸੋਚ ਆਉਂਦੀ ਆ ਵੀ ਬਹੁਤ ਗਰੀਬ ਸੀ, ਤਰਸ ਕਰਦੇ ਆ ਉਹਦੇ ਤੇ। ਇੱਥੇ ਗਰੀਬੀ ਅਮੀਰੀ ਨਹੀਂ ਹੈ, ਕਿਸੇ ਦੇ ਕੰਮ ਤੋਂ ਤੁਸੀਂ ਗਰੀਬੀ ਅਮੀਰੀ ਨਹੀਂ ਪਰਖ ਸਕਦੇ ਵੀ ਉਹ ਕੰਮ ਕੀ ਕਰ ਰਿਹਾ। ਇੱਥੇ ਇੱਕ ਕਲੀਨਰ ਦੀ ਵੀ ਉਨੀ ਇੱਕ ਇੱਜ਼ਤ ਆ, ਉਨੀ ਹਰ ਬੰਦੇ ਦੀ ਇੱਜ਼ਤ ਆ। ਹਾਂ, ਉਹ ਵਧੀਆ, ਉਹਨਾਂ ਦੀ ਦਾਦੀ ਸੀ ਜਿਹੜੇ ਉਹ ਖੁਦ ਵਰਲਡ ਵਾਰ ਤੋਂ ਇੱਥੇ ਆਏ ਸੀ, ਫਿਰ ਇਦਾਂ ਦਾ ਸਟੈਪ ਬਾਈ ਸਟੈਪ ਉਹ ਇੱਥੇ ਗਰੋ ਹੋਏ ਆ। ਤੇ ਪਰ ਉਹਦੇ ਚ ਕਾਰਨ ਇਹ ਹੁੰਦਾ ਵੀ ਕਿ ਨੌਜਵਾਨ ਨੇ ਜਦੋਂ ਜ਼ਮੀਨੀ ਪੱਧਰ ਤੋਂ ਕੰਮ ਸ਼ੁਰੂ ਕੀਤਾ, ਉਹਨੇ ਪੜ੍ਹਨਾ ਸੀ। ਪੜ੍ਹਨ ਤੋਂ ਪਹਿਲਾਂ ਉਹਨੇ ਆਪਦੇ ਪੈਸੇ ਇਕੱਠੇ ਕਰਨ ਲਈ ਟਰਾਲੀ ਪੁਸ਼ਿੰਗ ਇੱਥੇ ਜਿਹੜੀਆਂ ਸ਼ਾਪਿੰਗ ਲਈ ਟਰਾਲੀਆਂ ਸੀ, ਸ਼ਾਪਿੰਗ ਕਰਕੇ ਬਾਹਰ ਲੈ ਕੇ ਛੱਡ ਦਿੰਦੇ ਆ ਕਾਰ ਮਾਰਕੀਟ 'ਚ, ਤੇ ਉਹਨਾਂ ਨੂੰ ਪੁਸ਼ ਕਰਕੇ ਵਾਪਸ ਉਹਦੇ ਸਟੋਰ 'ਚ ਲਿਜਾਣ ਦਾ ਜਿਹੜਾ ਉਹਨਾਂ ਨੇ ਕੰਮ ਕੀਤਾ। ਉਦੋਂ ਬਾਅਦ ਉਹਨਾਂ ਨੇ ਜਿਹੜੇ ਵੂਲਵਰਥ ਦੇ ਵਿੱਚ ਇੱਥੇ ਬਹੁਤ ਵੱਡੀ ਇੱਕ ਚੇਨ ਆ, ਉਹਦੇ 'ਚ ਉਹਨਾਂ ਨੇ ਨਾਈਟ ਫਿਲਰ ਤੋਂ ਲੈ ਕੇ ਸ਼ੈਲਫਾਂ ਨੂੰ ਭਰਨ ਦਾ, ਸਮਾਨ ਰੱਖਣ ਦਾ ਜਿਹੜਾ ਉਹਨਾਂ ਨੇ 7 ਸਾਲ ਕੰਮ ਕੀਤਾ ਤੇ ਨਾਲ ਪੜ੍ਹੇ। ਹਾਂ, ਤੇ ਕਮਰਸ ਗ੍ਰੈਜੂਏਟ ਨੇ ਐਡਲੇਡ ਤੋਂ, ਯੂਨੀਵਰਸਿਟੀ ਆਫ ਐਡਲੇਡ ਤੋਂ। ਬਿਲਕੁਲ ਜੀ, ਚੰਗੀ ਵਿੱਦਿਆ ਲਈ ਚੰਗਾ ਕੁਝ ਕਰਨ ਤੋਂ ਬਾਅਦ ਫਿਰ ਉਹ ਸਿੱਧੇ ਜਿਹੜੀ ਇਹ ਪੋਲਿਟਿਕਸ ਦੀ ਜਿਹੜੀ ਲੇਬਰ ਜੁਆਇਨ ਕਰਕੇ ਲੇਬਰ ਦੇ ਆਫਿਸ 'ਚ ਆਏ, ਜੇ ਕਲਰਕ ਕਹਿ ਸਕਦੇ ਆ, ਜੌਬ ਸ਼ੁਰੂ ਕੀਤੀ। ਉਦੋਂ ਬਾਅਦ ਹੌਲੀ ਹੌਲੀ ਸਟੈਪ ਬਾਈ ਸਟੈਪ ਆਉਂਦੇ ਹੋਏ ਇਹ ਬੜੀ ਤੇਜ਼ੀ ਨਾਲ ਆਏ। 18 'ਚ ਤਾਂ ਉਹ ਵਿਰੋਧੀ ਧਿਰ ਦੇ ਲੀਡਰ ਬਣੇ ਆ ਜੀ, ਤੇ 16 'ਚ ਉਹਨਾਂ ਨੇ ਸਾਰੇ ਜਿੱਤੇ ਆ। ਇਸ ਲਈ ਤੇ ਐਡੀ ਤੇਜ਼ੀ ਨਾਲ ਇੱਕ ਪ੍ਰੀਮੀਅਰ ਦੀ ਪੋਸਟ ਤੇ ਪਹੁੰਚਣਾ ਕਾਫੀ ਔਖਾ ਸੀ। ਪਰ ਹੁਣ ਸਾਊਥ ਆਸਟ੍ਰੇਲੀਆ ਨੂੰ ਸੇਮ ਹੀ ਹੋਈ ਹੈ ਸਾਡੇ ਵੀ। ਭਗਵੰਤ ਮਾਨ ਤੋਂ ਜਿਵੇਂ ਬਹੁਤ ਵੱਡੀਆਂ ਆਸਾਂ, ਉਵੇਂ ਸਾਊਥ ਆਸਟ੍ਰੇਲੀਆ ਨੂੰ ਵੀ ਜਿਹੜੀਆਂ ਪੀਟਰ ਤੋਂ ਬਹੁਤ ਜ਼ਿਆਦਾ। ਮੈਂ ਉਹਦੇ ਸਵਾਲ ਤੇ ਆ ਰਹੀ ਸੀ ਮਿੰਟੂ ਜੀ, ਕਿ ਤੁਹਾਨੂੰ ਕੀ ਲੱਗਦਾ ਕੀ ਚੈਲੰਜਸ ਰਹਿਣੇ ਆ ਪੀਟਰ ਮੈਲਨਾਸਕਸ ਲਈ ਜਾਂ ਲੇਬਰ ਗਵਰਨਮੈਂਟ ਲਈ? ਕਿ ਤੁਹਾਨੂੰ ਕੀ ਲੱਗਦਾ ਕਿਹੜੇ ਚੈਲੰਜਸ ਉਹ? ਤੇ ਸਭ ਤੋਂ ਬੜਾ ਚੈਲੰਜ ਆਫ ਕੋਰਸ ਆਪਾਂ ਹੁਣ ਵੀ ਹਜੇ ਵੀ ਗੱਲ ਕਰ ਰਹੇ ਹਾਂ, ਕੋਵਿਡ ਗਿਆ ਨਹੀਂ ਹੈ ਤੇ ਹੈਲਥ ਹਜੇ ਵੀ ਇੱਕ ਬਹੁਤ ਵੱਡਾ ਮੁੱਦਾ ਹੈ। ਤੁਹਾਨੂੰ ਕੀ ਲੱਗਦਾ ਇਹਨੂੰ ਕਿੱਦਾਂ ਇਹ ਲੋਕ ਕੋਪ ਅਪ ਕਰਨਗੇ? ਇਹ ਦੇਖੋ, ਓਵਰਨਾਈਟ ਇੱਥੇ ਵੀ ਨਹੀਂ ਕੁਝ ਹੋਣਾ, ਇਹ ਟਾਈਮ ਨਾਲ ਹੋਣਾ। ਕਾਰਨ ਕੀ ਹੈ ਵੀ ਆਪਾਂ ਇੰਡੀਆ 'ਚ ਖਜ਼ਾਨੇ ਖਾਲੀ ਦੀ ਗੱਲ ਕਰਦੇ ਸੀ ਵੀ ਉੱਥੇ ਖਜ਼ਾਨਾ ਖਾਲੀ ਪੰਜਾਬ 'ਚ ਹੋ ਗਿਆ, ਪਰ ਖਜ਼ਾਨਾ ਖਾਲੀ ਇੱਥੇ ਵੀ ਹੋਇਆ। ਇੱਥੇ ਵੀ ਸੁਪਰ ਇਨੋਵੇਸ਼ਨ ਦਾ ਬਹੁਤ ਸਾਰਾ ਫੰਡ ਜਿਹੜਾ ਕਿ ਅਸੀਂ ਬੁਢਾਪੇ ਲਈ ਜਮ੍ਹਾਂ ਕਰਦੇ ਹਾਂ, ਉਹ ਕੋਵਿਡ ਦੌਰਾਨ ਉਹਨੂੰ ਐਜ਼ ਏ ਗਵਰਨਮੈਂਟ ਦੀ ਜਿਹੜੀ ਅਸਿਸਟੈਂਟ ਦੇ ਤੌਰ ਤੇ ਵੰਡਿਆ ਗਿਆ, ਤੇ ਉਹਨੂੰ ਕਵਰ ਅਪ ਤਾਂ ਕਰਨਾ ਹੀ ਪੈਣਾ ਨੰਬਰ 1 ਤੇ। ਸੋ ਇਸ ਲਈ ਸਾਨੂੰ ਵੱਡੀਆਂ ਇਨਵੈਸਟਮੈਂਟਾਂ ਚਾਹੀਦੀਆਂ। ਜਿਵੇਂ ਪਿੱਛੇ ਜੇ ਇੱਕ ਕਿਸ਼ਤੀਆਂ ਦਾ ਪ੍ਰੋਜੈਕਟ ਇੱਥੇ ਲੱਗ ਰਿਹਾ ਸੀ ਪਣਡੁੱਬੀਆਂ ਦਾ, ਉਸ ਦਾ ਰੌਲਾ ਪਿਆ ਉਹ ਸੀ। ਜਾਂ ਇੱਕ ਪ੍ਰੋਜੈਕਟ ਹੋਰ ਜਿਹੜਾ ਇੱਕ ਬਹੁਤ ਵੱਡਾ ਵਿਚਾਰਿਆ ਗਿਆ ਇੱਥੇ, ਉਹ ਹੈਗਾ ਜੀ ਨਿਊਕਲੀਅਰ ਡੰਪ ਦਾ। ਨਿਊਕਲੀਅਰ ਡੰਪ ਸਾਊਥ ਆਸਟ੍ਰੇਲੀਆ ਦੇ ਵਿੱਚ ਪਿਛਲੇ ਕਾਫੀ ਲੰਮੇ ਚਿਰ ਤੋਂ ਇੱਕ ਬਣੀ ਹੋਈ ਹੈ, ਇੱਕ ਮਸਲਾ ਬਣਿਆ ਹੋਇਆ। ਬਹੁਤੇ ਉਹਦੇ ਹੱਕ 'ਚ ਆ, ਬਹੁਤੇ ਨਹੀਂ ਹੱਕ 'ਚ, ਉਹ ਨਹੀਂ ਚਾਹੁੰਦੇ ਇਨਵਾਇਰਨਮੈਂਟ ਖਰਾਬ ਕਰਨਾ। ਪਰ ਉਸ ਦੇ ਉੱਤੇ ਦੇਖਦੇ ਆ ਪੀਟਰ ਹੁਣ ਕਿਹੋ ਜਿਹਾ ਫੈਸਲਾ ਲੈ ਕੇ ਆਉਂਦੇ ਆ, ਕਿਉਂਕਿ ਸੁਣਨ 'ਚ ਇਹ ਆਇਆ ਵੀ ਜੇ ਦੁਨੀਆ ਦਾ ਨਿਊਕਲੀਅਰ ਡੰਪ ਸਾਊਥ ਆਸਟ੍ਰੇਲੀਆ ਦੇ ਸੈਂਟਰ 'ਚ ਜਿੱਥੇ ਖਾਲੀ ਪਿਆ ਬਣ ਜਾਂਦਾ, ਤਾਂ ਸਾਊਥ ਆਸਟ੍ਰੇਲੀਆ ਕਿਹੋ ਜਿਹਾ ਰਾਜ ਬਣ ਸਕਦਾ ਵੀ ਉਹ ਆਪਦੇ ਨਾਗਰਿਕਾਂ ਤੋਂ ਜੇ ਟੈਕਸ ਵੀ ਨਾ ਲਊਗਾ ਤਾਂ ਵੀ ਉਹਨੂੰ ਬਹੁਤਾ। ਅੱਛਾ ਜੀ, ਵੀ ਉਹ ਇੰਨਾ ਜ਼ਿਆਦਾ ਪੈਸਾ ਰੈਵਨਿਊ ਵਰਲਡ ਵਾਈਡ। ਸੋ ਇਸ ਕਰਕੇ ਇਹਨਾਂ ਨੂੰ ਬਾਹਰੋਂ ਵੀ ਇਨਵੈਸਟਮੈਂਟਾਂ ਲਿਆਉਣੀਆਂ ਪੈਣੀਆਂ, ਇਹਨਾਂ ਨੂੰ ਇਹ ਢਾਂਚਾ ਵੀ ਠੀਕ ਕਰਨਾ ਪੈਣਾ। ਇੱਕ ਜਿਹੜੀ ਹੋਰ ਵੱਡੀ ਚੀਜ਼ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਨਾ, ਉਹ ਹੈਗੀ ਵੋਕੇਸ਼ਨਲ ਕਾਲਜਸ ਦੀ। ਅੱਛਾ ਜੀ, ਇਹ ਬਹੁਤ ਵੱਡੀ ਚੀਜ਼ ਆ, ਇਹਨੂੰ ਸੀਰੀਅਸਲੀ ਲੈਣਾ ਚਾਹੀਦਾ। ਅੱਜ ਜੇ ਸਾਡੇ ਕੋਲੇ ਵੋਕੇਸ਼ਨਲ, ਅਸੀਂ ਅਕਸਰ ਕਹਿੰਦੇ ਆ ਆਸਟ੍ਰੇਲੀਆ ਦੇ ਵਿੱਚ ਦੂਜੀ ਪੜ੍ਹਾਈ ਨਾਲ ਵੋਕੇਸ਼ਨਲ ਪੜ੍ਹਾਈ ਬਹੁਤ ਇੰਪੋਰਟੈਂਟ ਹੈ। ਹਾਂਜੀ, ਤੇ ਇੱਥੇ ਇੱਕ ਟੇਫ ਹੀ ਸੀ ਤੇ ਇੱਧਰ ਕਾਲਜ ਸੀ, ਵਿਚਾਲੇ ਉਹਨੂੰ ਗੈਪ ਨਹੀਂ ਸੀਗਾ, ਫਿਲ ਕਰਨ ਨੂੰ ਕੋਈ ਚੀਜ਼ ਨਹੀਂ ਸੀ। ਤੇ ਉਹਦੇ 'ਚ ਉਹਨਾਂ ਨੇ 5 ਤੋਂ 6 ਕਾਲਜ ਦਾ ਵਾਅਦਾ ਕੀਤਾ ਵੀ ਅਸੀਂ ਵੋਕੇਸ਼ਨਲ ਕਾਲਜ ਹੋਰ ਲੈ ਕੇ ਆਉਣੇ ਆ। ਜੇ ਉਹ ਆ ਜਾਂਦੇ ਆ ਤਾਂ ਉਹਦੇ ਨਾਲ ਰੁਜ਼ਗਾਰ ਬਹੁਤ ਸਾਰੇ ਪੈਦਾ ਹੋਣਗੇ। ਰੁਜ਼ਗਾਰ ਦਾ ਇੱਕ ਹੋਰ ਬੈਨੀਫਿਟ ਹੁੰਦਾ, ਉਹਦੇ ਲਈ ਉਹ ਗਵਰਨਮੈਂਟ ਤੇ ਬੋਝ ਨਹੀਂ ਬਣਦੇ। ਉਹ ਲੋਕ ਵੋਕੇਸ਼ਨਲ ਲੋਕ ਕਦੇ ਵੀ ਗਵਰਨਮੈਂਟ ਤੇ ਬੋਝ ਨਹੀਂ ਬਣਦੇ। ਗਵਰਨਮੈਂਟ ਤੇ ਉਹਨਾਂ ਦੀ ਡਿਮਾਂਡ ਹਮੇਸ਼ਾ ਹੀ ਰਹਿੰਦੀ ਹੈ, ਕਿਉਂਕਿ ਵੋਕੇਸ਼ਨਲ ਕੋਰਸਿਸ ਜਿਵੇਂ ਆਪਾਂ ਕਹਿ ਲਓ ਕਾਰਪੈਂਟਰੀ ਹੋ ਗਈ ਜਾਂ ਪਲੰਬਿੰਗ ਹੋ ਗਈ ਜਾਂ ਇੱਦਾਂ ਦੇ ਵੋਕੇਸ਼ਨਲ ਕੋਰਸਿਸ ਹੁੰਦੇ ਨੇ ਜਿਹਦੇ ਨਾਲ ਬੱਚਾ ਨਹੀਂ ਪੂਰਾ ਯੂਨੀਵਰਸਿਟੀ ਦੀ ਪੜ੍ਹਾਈ ਕਰਨਾ ਚਾਹੁੰਦਾ ਤਾਂ ਇਹ ਕਰ ਸਕਦਾ। ਤੇ ਇੱਕ ਹੋਰ ਸਭ ਤੋਂ ਇੰਪੋਰਟੈਂਟ ਜਿਹੜਾ ਮੁੱਦਾ ਮੈਂ ਸੋਚ ਰਹੀ ਹਾਂ ਕਿ ਇੱਥੇ ਸੀਗਾ, ਉਹ ਹੈ ਹਾਊਸਿੰਗ ਦਾ। ਉਹਦੇ ਬਾਰੇ ਦੱਸੋ ਕੁਝ ਮਿੰਟੂ ਜੀ। ਦੇਖੋ, ਹਾਊਸਿੰਗ ਦੇ ਮਾਮਲੇ 'ਚ ਕੀ ਹੋਇਆ, ਹਾਊਸਿੰਗ ਦੇ ਮਾਮਲੇ 'ਚ ਵੈਸੇ ਬਲੇਮ ਲੱਗਦਾ ਹੈਗਾ ਇਹ ਵੀ ਲਿਬਰਲ ਗਵਰਨਮੈਂਟ ਦੇ ਉੱਤੇ, ਵੀ ਜੇ ਇੱਕ ਪਾਸੇ ਬੈਂਕ ਦੇ ਜਿਹੜੇ ਸਖਤ ਹੋ ਗਏ ਲਾਅ, ਇੰਟਰਸਟ ਰੇਟ ਭਾਵੇਂ ਡਾਊਨ ਸੀ ਪਰ ਉਹਨਾਂ ਦੇ ਬੈਂਕ ਚੂਜ਼ੀ ਹੋ ਗਏ ਸੀ ਥੋੜੇ ਜਿਹੇ, ਆਮ ਬੰਦੇ ਨੂੰ ਲੋਨ ਰਿਜੈਕਟ ਕਰ ਦਿੰਦੇ ਸੀ। ਹਾਂਜੀ, ਰਿਜੈਕਸ਼ਨ ਜ਼ਿਆਦਾ ਵੱਧ ਗਈ ਸੀ। ਸੋ ਦੂਜੇ ਪਾਸੇ ਜਿਹੜੇ ਉਹ ਪ੍ਰਾਈਸ ਵੱਧ ਗਏ ਸੀਗੇ, ਤਾਂ ਇਸ ਕਰਕੇ ਕਿਤੇ ਨਾ ਕਿਤੇ ਜੌਬਾਂ 'ਚ ਵੀ ਸਟੇਬਿਲਿਟੀ ਨਹੀਂ ਰਹੀ ਸੀ। ਤੇ ਉਸ ਕਰਕੇ ਦੋਸ਼ ਦੇ ਰਹੇ ਆ ਵੀ ਇਹ ਵੀ ਲਿਬਰਲਾਂ ਕਰਕੇ ਪ੍ਰਾਈਸ ਬਹੁਤ ਹਾਈ ਹੋ ਗਏ। ਪਰ ਮੈਂ ਇਸ ਨੂੰ ਨਹੀਂ ਮੰਨਦਾ। ਮੇਰਾ ਨਿੱਜੀ ਰਾਏ ਹੈ ਵੀ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਹੜੇ ਪ੍ਰਾਈਸ ਉੱਤੇ ਜਾਣ ਦਾ ਕਾਰਨ ਇਹ ਹੋਇਆ ਵੀ ਪਹਿਲਾਂ ਸਿਡਨੀ ਫਿਰ ਮੈਲਬਰਨ।
ਦੋਨਾਂ ਥਾਵਾਂ ਦੇ ਉੱਤੇ ਲੋਕਾਂ ਨੂੰ ਇੱਕ ਇਹ ਪਤਾ ਲੱਗਿਆ ਵੀ ਅਚਾਨਕ ਜਿਹੜੀ ਚੀਜ਼ 2 ਲੱਖ ਸੀ 4 ਦਿਨਾਂ 'ਚ 4 ਲੱਖ ਦੀ ਹੋ ਗਈ, ਤੇ ਉਹਨਾਂ ਦਾ ਟਾਰਗੇਟ, ਫਿਰ ਅਗਲਾ ਟਾਰਗੇਟ ਉਹਨਾਂ ਨੂੰ ਸਾਊਥ ਆਸਟ੍ਰੇਲੀਆ ਦਿਖਿਆ। ਅਸੀਂ ਅੱਜ ਵੀ ਦੇਖ ਰਹੇ ਹਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਇਨਵੈਸਟਰ ਆ ਜਿਹੜੇ ਸਿਡਨੀ ਮੈਲਬਨ ਦੇ, ਹਰ ਦੂਜੀ ਪ੍ਰਾਪਰਟੀ ਉਹ ਲੈ ਰਹੇ ਆ, ਲੋਕਲ ਤਾਂ ਲੈ ਨਹੀਂ ਰਿਹਾ, ਤੇ ਉਹ ਅਸਰ ਲੋਕਲ ਤੇ ਪੈ ਗਿਆ। ਤੇ ਉਹ ਆਮ ਬੰਦੇ ਜਿਹੜੇ 12 13 14 'ਚ ਇੱਥੇ ਆਏ ਸੀ ਜਾਂ 15 'ਚ ਆਏ, ਉਹ ਬੰਦੇ ਅੱਜ ਪੈਰਾਂ ਸਿਰ ਹੋ ਕੇ ਘਰ ਲੈਣਾ ਚਾਹੁੰਦੇ ਸੀ, ਪਰ ਕਿੱਥੋਂ ਲੈਣ, ਘਰ ਡਬਲ ਪੈਸਿਆਂ ਦੇ ਹੋ ਗਏ ਤਾਂ ਬਹੁਤ ਜ਼ਿਆਦਾ ਜੀ। ਹਾਂ, ਇਹ ਵੀ ਇੱਕ ਫੈਕਟਰ ਕੰਮ ਕਰਿਆ, ਇਸ ਨੇ ਵੀ ਕੀਤਾ। ਇੱਕ ਫੈਕਟਰ ਹੋਰ ਵੀ ਆਪਾਂ ਛੋਟਾ ਜਿਹਾ ਵਿਚਾਰਾਂਗੇ, ਜਿਹੜੀ ਮਲਟੀਕਲਚਰਿਜ਼ਮ ਦੀ ਵੋਟ ਆ, ਉਹ ਵੀ ਨਹੀਂ ਇਹਨਾਂ ਨੂੰ ਪਈ। ਅੱਛਾ ਜੀ, ਮਲਟੀਕਲਚਰ ਦੀ ਵੋਟ ਆ ਜਿਹੜੀ, ਉਹ ਵੀ ਕਿਤੇ ਨਾ ਕਿਤੇ ਲੇਬਰ ਦੇ ਹੱਕ 'ਚ ਗਈ ਆ, ਚਾਹੇ ਉਹ ਲੌਂਗ ਟਰਮ ਪੇਰੈਂਟਸ ਵੀਜ਼ੇ ਦੀ ਗੱਲ ਤੇ ਹਾਂ ਦਾ ਨਾਰਾ ਮਾਰਿਆ। ਹਜੇ ਪਤਾ ਨਹੀਂ ਲੇਬਰ ਕਿਵੇਂ ਨਿਭਾਊਗੀ ਇਸ ਨੂੰ, ਕਿਉਂਕਿ ਇਹਨਾਂ ਦੇ ਵੀ ਸਾਰੇ ਨਹੀਂ, ਵੀ ਫੈਡਰਲ ਦੇ ਸਾਰੇ ਆ, ਪਰ ਫੈਡਰਲ 'ਚ ਹੋ ਸਕਦਾ ਵੀ ਅਗਲੀ ਲੇਬਰ ਆ ਜੇ ਤਾਂ ਇਹ ਪ੍ਰੈਸ਼ਰ ਪਾ ਸਕਦੇ ਆ। ਪਰ ਉਹ ਜਿਹੜੀ ਲਿਬਰਲ ਨੇ ਨਕਾਰ ਦੇਣਾ ਪੇਰੈਂਟ ਵੀਜ਼ਾ ਬਹੁਤ ਵੱਡਾ ਮੁੱਦਾ ਸੀ, ਕਿ ਪੇਰੈਂਟਸ ਦਾ ਗੱਲ ਹੋ ਰਹੀ ਸੀ ਕਿ ਪੇਰੈਂਟਸ ਲਈ ਇੱਕ ਸਪੈਸ਼ਲ ਵੀਜ਼ਾ ਆਊਗਾ, ਤੇ ਉਹਦੇ ਵੀ ਉਹ ਜ਼ਿਆਦਾ ਮਹਿੰਗਾ ਨਹੀਂ ਹੋਊਗਾ, ਤੇ ਪੇਰੈਂਟਸ ਇੱਥੇ ਲੰਬੇ ਸਮੇਂ ਲਈ ਰਹਿ ਪਾਣਗੇ। ਇਹ ਪ੍ਰੋਮਿਸ ਕੀਤਾ ਲੇਬਰ ਨੇ, ਤੇ ਲਿਬਰਲ ਨੇ ਇਹਨੂੰ ਲੈ ਕੇ ਕੋਈ ਖਾਸ ਵਾਅਦੇ ਨਹੀਂ ਕੀਤੇ। ਇਲੈਕਸ਼ਨ ਵੇਲੇ ਥੋੜਾ ਜਿਹਾ ਕੀਤਾ ਸੀ ਪਿਛਲੇ ਵਾਰੀ, ਪਰ ਉਹਦੇ ਬਾਅਦ ਉਹ ਤੇ ਗੱਲ ਹੀ ਨਹੀਂ ਕੀਤੀ। ਤੇ ਤੁਸੀਂ ਮਲਟੀਕਲਚਰਲਿਜ਼ਮ ਦੀ ਗੱਲ ਕੀਤੀ ਇੱਥੇ, ਮੈਂ ਦੇਖਿਆ ਕਿ ਲੇਬਰ ਪਾਰਟੀ ਬਹੁਤ ਜ਼ਿਆਦਾ ਸਾਊਥ ਆਸਟ੍ਰੇਲੀਆ 'ਚ ਅਸੀਂ ਦੇਖਦੇ ਹਾਂ ਕਿ ਇਹਨਾਂ ਦੇ ਐਮਪੀਸ ਵਿਚਰਦੇ ਨੇ ਕਮਿਊਨਿਟੀ ਦੇ ਵਿੱਚ, ਤੇ ਲੋਕਾਂ ਨਾਲ ਮਿਲਦੇ ਨੇ ਤੇ ਗੱਲਬਾਤ ਕਰਦੇ ਨੇ, ਤੇ ਕਾਫੀ ਜ਼ਿਆਦਾ ਪ੍ਰੈਜ਼ੈਂਸ ਦਿਖਦੀ ਹੈ, ਜਿੰਨੀ ਕੁ ਲਿਬਰਲ ਦੀ ਨਹੀਂ ਦਿਖਦੀ ਸੀ। ਬਟ ਇਹਦੇ ਨਾਲ ਜੁੜਦਾ ਇੱਕ ਹੋਰ ਸਵਾਲ ਹੈ ਮੇਰੇ ਮਨ 'ਚ ਮਿੰਟੂ ਜੀ, ਕਿ ਇੱਥੇ ਅਸੀਂ ਦੇਖਦੇ ਹਾਂ ਕਿ ਆਪਣੇ ਇੰਡੀਅਨਸ ਵੀ ਕੋਸ਼ਿਸ਼ ਕਰਦੇ ਪਏ ਆ, ਡਿਫਰੈਂਟ ਜਿਹੜੇ ਸਟੇਟਸ ਤੋਂ ਆਏ ਹੋਏ ਇੱਥੇ ਇੰਡੀਅਨਸ, ਇੱਥੇ 7 ਇੰਡੀਅਨਸ ਨੇ ਇਸ ਵਾਰ ਵੀ ਕੋਸ਼ਿਸ਼ ਕੀਤੀ ਇਲੈਕਸ਼ਨਸ 'ਚ ਖੜੇ ਹੋਏ। ਤੇ ਤੁਹਾਨੂੰ ਕੀ ਲੱਗਦਾ, ਈਵਨ ਮੈਲਬਰਨ ਤੇ ਸਿਡਨੀ 'ਚ ਵੀ ਖੜੇ ਹੁੰਦੇ ਨੇ, ਬਟ ਹਜੇ ਤੱਕ ਅਸੀਂ ਕੋਈ ਇਹ ਨਹੀਂ ਦੇਖਿਆ ਕਿ ਇੰਡੀਅਨ ਨੇ ਪਾਰਲੀਮੈਂਟ ਸਿਵਾਏ ਇੱਕ ਇੰਡੀਅਨ ਨੇ, ਮੈਨੂੰ ਉਹਨਾਂ ਦਾ ਗੁਰਮੇਜ ਸਿੰਘ, ਹਾਂਜੀ, ਨਿਊ ਸਾਊਥ ਵੇਲਸ ਤੋਂ, ਤੇ ਉਹਨਾਂ ਤੋਂ ਇਲਾਵਾ ਇੱਕ ਹੋਰ ਨੇ ਜਿਹੜੇ ਡਿਪਲੋਮੈਟ ਸੀਗੇ, ਉਹ ਅੱਗੇ ਆਏ ਹੋਏ ਆ। ਬਟ ਅਦਰਵਾਈਜ਼ ਮੈਂ ਨਹੀਂ ਹਜੇ ਦੇਖ ਰਹੀ ਕਿ ਵੀ ਸਾਡੇ ਇੰਡੀਅਨਸ ਹਜੇ ਜਿੱਤ ਨਹੀਂ ਪਾ ਰਹੇ। ਮਲਟੀਕਲਚਰਲਿਜ਼ਮ, ਸਾਡੀ ਕਮਿਊਨਿਟੀ ਵੱਧਦੀ ਜਾ ਰਹੀ ਹੈ। ਤੁਹਾਨੂੰ ਕੀ ਲੱਗਦਾ ਇੱਕ ਇੰਡੀਅਨ ਕਮਿਊਨਿਟੀ ਦੇ ਬੰਦੇ ਨੂੰ ਪਾਰਲੀਮੈਂਟ 'ਚ ਆਉਣ 'ਚ ਕਿੰਨਾ ਵਕਤ ਲੱਗੂਗਾ ਤੇ ਕਿਉਂ? ਦੇਖੋ, ਵਕਤ ਦਾ ਮਤਲਬ ਨਹੀਂ ਹੁੰਦਾ, ਇਹ ਜ਼ਰੂਰੀ ਨਹੀਂ ਹੁੰਦਾ ਵੀ ਜ਼ਿਆਦਾ ਸਮਾਂ ਲੱਗ ਕੇ ਆਊਗਾ ਕੋਈ ਬੰਦਾ। ਰਾਈਟ ਪਰਸਨ ਨਹੀਂ ਆਇਆ, ਜਿੱਥੋਂ ਜਿਹੜਾ ਮੇਰਾ ਮੰਨਣਾ, ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ, ਜਿਹੜੇ ਆਏ ਉਹਨਾਂ ਨੂੰ ਵੀ ਮੈਂ ਗਲਤ ਨਹੀਂ ਕਹਿ ਰਿਹਾ, ਪਰ ਮੇਰਾ ਇਹ ਮੰਨਣਾ ਇੱਥੋਂ ਦੇ ਲੋਕਾਂ 'ਚ ਜਦੋਂ ਅਸੀਂ ਵਿਚਰਨਾ ਨਾ, ਜਦੋਂ ਤੁਸੀਂ ਆਸਟ੍ਰੇਲੀਅਨ ਕਮਿਊਨਿਟੀ 'ਚ ਵਿਚਰਨਾ, ਤੁਸੀਂ ਇੰਡੀਅਨਸ ਵੋਟ ਨਾਲ ਨਹੀਂ ਇੱਥੇ ਬਣ ਸਕਦੇ, ਤੁਹਾਨੂੰ ਸਾਰੇ ਲੋਕਾਂ ਨਾਲ ਉਹ ਹੋਣਾ ਪੈਣਾ, ਸਾਰਿਆਂ ਨਾਲ ਉਹਨਾਂ ਦੇ ਵੋਟ ਲੈਣੇ ਪੈਣੇ ਆ। ਪਹਿਲੀ ਗੱਲ ਤਾਂ ਜਿਹੜੀ ਮੇਰੀ ਸਿੰਪਲ ਜੀ ਮੰਨਣੀ ਆ ਵੀ ਸਾਨੂੰ ਜਿਹੜੀ ਸਾਡੀ ਪੀੜ੍ਹੀ ਆਈ ਆ ਉਹਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਜਿਹੜਾ 25 ਸਾਲ ਤੋਂ ਵੱਧ ਇੰਡੀਆ ਚਲਾ ਕੇ ਆਇਆ, ਉਹਦੇ ਖੂਨ ਦੇ ਵਿੱਚ ਇੰਡੀਅਨ ਕਲਚਰ ਜਾ ਨਹੀਂ ਸਕਦਾ, ਇੰਡੀਅਨ ਪੋਲਿਟਿਕਸ ਜਾ ਨਹੀਂ ਸਕਦੀ। ਸੌਰੀ ਟੂ ਸੇ ਇਹ ਹੋਣੀ। ਇਸ ਕਰਕੇ ਜਿਹੜੇ ਸਾਡੇ ਬੰਦੇ ਆਉਂਦੇ ਆ, ਉਹਨਾਂ ਨੂੰ ਚਲਾਕੀ ਦਾ ਪੇਚ, ਉਹ ਚੀਜ਼ਾਂ ਤੋਂ ਪੋਲਿਟਿਕਸ ਨੂੰ ਹੋਰ ਐਂਗਲ ਤੋਂ ਲੈਣਾ, ਉਹ ਚੀਜ਼ਾਂ ਉਹਨੇ ਘਰ ਕਰੀਆਂ ਹੋਈਆਂ, ਤੇ ਉਹ ਕਿਤੇ ਨਾ ਕਿਤੇ ਆੜੇ ਆ ਰਹੀਆਂ। ਜੇਕਰ ਸਾਡੀ ਇੱਥੇ ਨੈਕਸਟ ਜਨਰੇਸ਼ਨ ਆ, ਜਿਹੜੀ ਦੂਜੀ ਜਨਰੇਸ਼ਨ ਆ ਰਹੀ ਹੈ, ਜਿਹੜੇ ਇੱਥੇ ਹੀ ਪੜ੍ਹੇ, ਇੱਥੇ ਵੱਡੇ ਹੋਏ, ਸਿਸਟਮ 'ਚ ਸਮਝਿਆ, ਤੇ ਉਹਨਾਂ ਨੂੰ ਇੱਥੋਂ ਦਾ ਐਕਸੈਂਟ ਆਉਂਦਾ, ਉਹਨਾਂ ਨੂੰ ਹਰ ਚੀਜ਼ ਬਾਰੇ ਪਤਾ, ਕਿਵੇਂ ਪੋਲਿਟਿਕਸ ਕੰਮ ਕਰਦੀ ਆ, ਉਹ ਜੇ ਆਉਣਗੇ ਤਾਂ ਉਹ ਕਾਮਯਾਬ ਹੋਣਗੇ। ਇਹੀ ਗੁਰਮੇਜ ਸਿੰਘ ਦਾ ਵੀ ਇਹੀ ਹਾਲ ਆ ਜੀ। ਜੇ ਗੁਰਮੇਜ ਉੱਥੋਂ ਜਿੱਤੇ ਆ ਆਪਾਂ ਨਿਊ ਸਾਊਥ ਵੇਲਸ ਤੋਂ, ਤਾਂ ਉਹ ਇੱਥੋਂ ਦੇ ਕਲਚਰ 'ਚ ਪਲੇ ਵੱਡੇ ਆ, ਉਹਨਾਂ ਨੂੰ ਉਨੀ ਕਦਰ ਕਰਨੀ ਆਉਂਦੀ। ਉਹਨਾਂ ਲਈ ਸਾਡਾ ਸੋਡਾ ਨਹੀਂ ਹੈ, ਉਹਨਾਂ ਲਈ ਆਪਣਾ। ਅਸੀਂ ਆਪਣੇ ਤੋਂ ਜਿੰਨਾ ਚਿਰ ਆਪਣੇ 'ਚ ਨਹੀਂ ਆਉਂਦੇ ਉਹਨਾਂ ਚਿਰ ਨਹੀਂ ਹੁੰਦਾ। ਦੂਜਾ ਇਹ ਹੁੰਦਾ ਵੀ ਸਾਡੇ ਕਲਚਰ 'ਚ ਹੈਗੀ ਹੈ ਜੀ, ਵੀ ਜੇ ਇੱਕ ਖੜਾ ਹੋ ਜੇ ਦੂਜੇ ਦੇ ਸਾਰੇ ਵਿਰੋਧੀ ਹੋ ਜਾਂਦੇ ਆ, ਵੀ ਉਹਨਾਂ ਨੂੰ ਐਂ ਲੱਗਦਾ ਏਕਾ ਚਾਹੀਦਾ, ਆਪਣੀ ਕਮਿਊਨਿਟੀ ਨਹੀਂ ਹੈਗਾ ਜੀ, ਬਿਲਕੁਲ ਨਹੀਂ ਹੈਗਾ। ਮੈਨੂੰ ਬਹੁਤ ਵਾਰੀ ਆਫਰ ਮਿਲੀ ਜੀ, ਮੈਨੂੰ 2-3 ਵਾਰੀ ਆਫਰ ਮਿਲੀ ਵੀ ਤੁਸੀਂ ਦੱਸੋ ਕਿਹੜੀ ਸੀਟ ਤੋਂ, ਦੋਨਾਂ ਪਾਰਟੀਆਂ ਨੇ ਆਫਰ ਦਿੱਤੀ ਮੈਨੂੰ, ਪਰ ਮੈਨੂੰ ਪਤਾ ਵੀ ਮੇਰੀ ਜਿੱਤ ਕਦੇ ਨਹੀਂ ਹੋ ਸਕਦੀ। ਸਿਰਫ 2 ਖਬਰਾਂ ਬਣਨਗੀਆਂ, ਇੱਕ ਬਣੂਗੀ ਮਿੰਟੂ ਬਰਾੜ ਨੂੰ ਟਿਕਟ ਮਿਲੀ, ਤੇ ਦੂਜੀ ਮਿਲੀ ਜ਼ਮਾਨਤ ਜ਼ਬਤ ਹੋਈ, ਤੇ ਇਸ ਤੋਂ ਵਿਚਲੀ ਹੋਰ ਕੁਝ ਨਹੀਂ ਹੋਣ ਲੱਗਿਆ। ਕਾਰਨ ਕੀ ਆ ਵੀ ਸਾਡੇ ਜਿਹੜੇ ਲੋਕ ਸਾਡੇ ਨਾਲ ਜੁੜੇ, ਉਹਨਾਂ ਦੀ ਹਾਲੇ ਵੋਟ ਨਹੀਂ ਹੈ, ਤੇ ਜੇ ਉਹਨਾਂ ਦੀ ਵੋਟ ਹੈ ਨਹੀਂ, ਉਹ ਇਕੱਲਾ ਸਪੋਰਟ ਨਾਲ ਅਸੀਂ ਜਿੱਤ ਨਹੀਂ ਸਕਦੇ। ਜਿਨ੍ਹਾਂ ਦੀ ਵੋਟ ਆ ਉਹਨਾਂ 'ਚ ਸਾਡਾ ਆਧਾਰ ਹੈ ਨਹੀਂ, ਉਹ ਸਾਨੂੰ ਜਾਣਦੇ ਨਹੀਂ, ਸਾਡੇ ਚਿਹਰੇ ਤੱਕ ਤੋਂ ਹੀ ਵਾਕਫ ਨਹੀਂ ਹੈਗੇ ਉਹ। ਤੇ ਕੁਝ ਕੀ ਹੁੰਦਾ ਵੀ ਕਈ ਵਾਰੀ ਰੇਸ਼ਿਜ਼ਮ ਦੀ ਜਿਹੜੀ ਗੱਲ ਆਉਂਦੀ ਆ, ਜਾਂ ਕਈ ਪੁਰਾਣੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਘਰ ਕਰੀਆਂ ਹੋਈਆਂ, ਉਹ ਵੀ ਲੋਕ ਕਿਤੇ ਨਾ ਕਿਤੇ ਸਾਡੇ ਤੋਂ ਦੂਰ ਹੁੰਦੇ ਆ। ਸੋ ਬੈਸਟ ਆਈਡੀਆ ਸਾਡੇ ਲੋਕਾਂ ਨੂੰ ਜੇ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ, ਜੇ ਦਾ ਖੇਡਣੇ ਚਾਹੀਦੇ ਆ,
ਤੇ ਯੰਗ ਜਨਰੇਸ਼ਨ ਤੇ ਖੇਡਣੇ ਚਾਹੀਦੇ। ਜਿੰਨੀ ਛੇਤੀ ਯੰਗ ਜਨਰੇਸ਼ਨ ਨੂੰ ਅੱਗੇ ਮੂਹਰੇ ਲੈ ਲਿਆਉਣਗੇ, ਕੇ ਥਾਂ ਦੇਣਗੇ, ਉਨੀ ਛੇਤੀ ਤੁਸੀਂ ਪਾਰਲੀਮੈਂਟਾਂ 'ਚ ਦੇਖੋਗੇ। ਪੁਰਾਣਾ ਖੁੰਡ ਦੇ ਚਾਂਸ ਹੈ ਨਹੀਂ। ਮਲਟੀਕਲਚਰਲ ਦੀ ਅਸੀਂ ਜਿਵੇਂ ਗੱਲ ਕਰ ਰਹੇ ਕਿ ਵੀ ਖੜੇ ਹੁੰਦੇ ਆ ਲੋਕ, ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਜਿੱਤ ਨਹੀਂ ਪਾਵਾਂਗੇ, ਪਰ ਤੁਹਾਨੂੰ ਲੱਗਦਾ ਕਿ ਜਿਵੇਂ ਆਸਟ੍ਰੇਲੀਆ ਇਜ਼ ਮਲਟੀਕਲਚਰਲ, ਕੋਈ ਇਟਾਲੀਅਨ ਹੈ, ਕੋਈ ਗ੍ਰੀਕ ਹੈ, ਕੋਈ ਕਿਸੇ ਕਮਿਊਨਿਟੀ ਦਾ ਹੈ, ਤਾਂ ਇੱਦਾਂ ਹੀ ਇੰਡੀਅਨ, ਕੋਈ ਚਾਈਨੀਜ਼, ਪਰ ਜਦੋਂ ਆਪਣੇ ਇੰਡੀਅਨ ਖੜੇ ਹੁੰਦੇ ਆ, ਉਹਨਾਂ ਦੇ ਪੋਸਟਰ ਲਾਦੇ ਆ, ਐਟਲੀਸਟ ਜਿਹੜੇ ਇੱਥੇ ਦੇ ਲੋਕ ਆ ਉਹਨਾਂ ਨੂੰ ਪਤਾ ਚੱਲਦਾ ਅੱਛਾ ਇੰਡੀਅਨ ਕਮਿਊਨਿਟੀ ਵੀ ਪੋਲਿਟਿਕਸ ਬਾਰੇ ਸੋਚ ਰਹੀ ਹੈ। ਤੇ ਤੁਹਾਨੂੰ ਲੱਗਦਾ ਕਿ ਅਸੀਂ ਇੱਕ ਜਗ੍ਹਾ ਬਣਾ ਰਹੇ ਹਾਂ ਯੰਗਸਟਰਸ ਲਈ? ਨਹੀਂ, ਦੇਖੋ ਇਹ ਨਹੀਂ ਹੁੰਦਾ, ਸਾਡੀ ਨੀਅਤ ਨੀਤੀ 'ਚ ਫਰਕ ਆ। ਜੇ ਜਦੋਂ ਸਾਡੀ ਨੀਅਤ ਨੀਤੀ ਇਹ ਆਈ ਵੀ ਮੈਨੂੰ ਨਹੀਂ ਮਤਲਬ ਮੈਂ ਜਿੱਤਾਂ ਜਾਂ ਹਾਰਾਂ, ਮੈਂ ਅਗਲੀ ਆਉਣ ਵਾਲੀ ਜਨਰੇਸ਼ਨ ਦੀ ਪਛਾਣ ਛੱਡ ਰਿਹਾ। ਜੇ ਅਸੀਂ ਇਸ ਨੀਅਤ ਨੀਤੀ ਨਾਲ ਕਰ ਰਹੇ ਹਾਂ, ਬਹੁਤ ਸੋਹਣੀ ਗੱਲ ਆ, ਪਰ ਸਾਡੀ ਇਹ ਨੀਅਤ ਨੀਤੀ ਨਹੀਂ। ਸਾਡੇ ਕਲਚਰ 'ਚ ਇੱਕ ਬਹੁਤ ਜਿਹੜੀ ਮਾੜੀ ਗੱਲ ਫਸੀ ਹੋਈ ਹੈ, ਜਾਂ ਨਿੱਕੀ ਜੀ ਗੱਲ, ਉਹ ਮੈਂ ਜਿਹੜੀ ਕਹੀ ਹੈ ਨਾ ਵੀ ਨਿਕਲ ਨਹੀਂ ਰਹੀ ਉੱਥੋਂ ਵਾਲੀ, ਉਹ ਸੈਲਫੀ ਕਲਚਰ, ਫੋਟੋਆਂ ਖਿਚਾਉਣੀਆਂ ਵੀ। ਉਹ ਮੇਰੇ ਨਾਲ ਬਹੁਤ ਪਹਿਲਾਂ ਵੀ ਇਹ ਵਾਪਰੀ ਕਿ ਜਦੋਂ ਕੈਵਨ ਰੱਡ ਇੱਥੇ ਪ੍ਰਾਈਮ ਮਿਨਿਸਟਰ ਸਨ, ਉਦੋਂ ਉਹਨਾਂ ਨੇ ਸਪੈਸ਼ਲ ਇੱਕ ਲੈਕਚਰ 'ਚ ਮੈਂ ਉਹਨਾਂ ਨਾਲ ਗੱਲਬਾਤ ਕੀਤੀ, 20-25 ਕੁਐਸਚਨ ਪੁੱਛੇ, ਕਾਫੀ ਕੁਛ ਹੋਇਆ। ਤਾਂ ਉਹਨਾਂ ਨੇ ਇੱਕ ਆਪਦੇ ਲੈਕਚਰ 'ਚ ਉਸ ਦੇ ਐਂਡ ਤੇ ਸਪੈਸ਼ਲ ਬੋਲਿਆ, ਕਹਿੰਦੇ ਮੈਂ ਪਹਿਲੀ ਵਾਰ ਕਿਸੇ ਇੰਡੀਅਨ ਫੰਕਸ਼ਨ 'ਚ ਗਿਆ ਜਿੱਥੇ ਕਿਤੇ ਮੈਨੂੰ ਇੱਕ ਨੌਜਵਾਨ ਨੇ ਸਵਾਲ ਕੀਤੇ, ਨਹੀਂ ਤਾਂ ਸੈਲਫੀ ਖਿੱਚਣ ਤੱਕ ਸੀਮਤ ਹੁੰਦੇ ਆ। ਮੈਂ ਇੱਥੇ ਦਾਅਵੇ ਨਾਲ ਕਹਿ ਸਕਦਾ ਸਾਡੇ ਬੰਦਿਆਂ 'ਚੋਂ ਜੇ 2% ਵੀ ਬੰਦੇ ਹੈ, ਜੇ ਮੈਨੂੰ ਲੱਭ ਕੇ ਦਿਖਾ ਦਿਓ ਸਾਰੇ ਆਸਟ੍ਰੇਲੀਆ ਵਾਈਡ, ਜਿਨ੍ਹਾਂ ਨੇ ਕਿਤੇ ਕਿਸੇ ਪੋਲੀਟੀਸ਼ੀਅਨ ਨੂੰ ਸਵਾਲ ਕੀਤਾ ਹੋਵੇ, ਸੈਲਫੀ ਹਰੇਕ ਨੇ ਖਿਚਾਈ ਹੋਊਗੀ। ਠੀਕ ਹੈ ਨਾ। ਹੁਣ ਕੱਲ ਦੀ ਵੀ ਇੱਕ ਦਿੱਕਤ ਆ ਰਹੀ ਹੈ ਸਾਹਮਣੇ, ਤੁਸੀਂ ਨੋਟ ਕਰਿਓ, ਕੱਲ ਦੇ ਜਿੰਨੇ ਚੈਨਲਾਂ ਦੇ ਉੱਤੇ ਨਿਊਜ਼ ਚੱਲ ਰਹੀਆਂ, ਸਾਰੀ ਨਿਊਜ਼ ਦੇ ਵਿੱਚ ਆਲੇ ਦੁਆਲੇ ਪ੍ਰੀਮੀਅਰ ਦੇ, ਜਿਹੜੇ ਨਵੇਂ ਪ੍ਰੀਮੀਅਰ ਦੇ ਆਲੇ ਦੁਆਲੇ ਪੰਜਾਬੀਆਂ ਦਾ ਜਾਂ ਇੰਡੀਅਨਸ ਦਾ ਬੋਲਬਾਲਾ, ਤੇ ਉਹੀ ਸੈਲਫੀਆਂ ਖਿਚਾ ਰਹੇ ਆ। ਤੇ ਇਹ ਚੀਜ਼ ਨੂੰ ਚੈਨਲ 9 ਵਰਗਿਆਂ ਨੇ ਵੀ ਨੋਟਿਸ ਕੀਤੀ, ਉਹਨਾਂ ਨੇ ਵੀ ਨੋਟਿਸ ਕੀਤੀ ਵੀ ਇਹ ਪ੍ਰੀਮੀਅਰ ਇੰਡੀਅਨ ਦਾ ਨਹੀਂ ਬਣ ਕੇ ਆਇਆ, ਇਹ ਸਾਊਥ ਆਸਟ੍ਰੇਲੀਆ ਦਾ ਪ੍ਰੀਮੀਅਰ ਬਣਿਆ। ਇੱਥੇ ਇੰਨੇ ਮਲਟੀਕਲਚਰ ਰਹਿੰਦੇ, ਪਰ ਉਹ ਲੋਕ ਨਹੀਂ ਖਿਚਾਉਂਦੇ ਸੈਲਫੀਆਂ, ਉਹਨਾਂ ਨੂੰ ਇਸ ਚੀਜ਼ ਦਾ ਮਤਲਬ ਨਹੀਂ। ਉਹ ਘੇਰਨਗੇ, ਉਹ ਸਵੇਰ ਤੋਂ ਘੇਰਨਗੇ ਇਹਨਾਂ ਨੂੰ ਵੀ ਆਓ ਭਾਈ ਆਹ ਕੰਮ ਨਹੀਂ ਕੀਤਾ, ਆਹ ਵਾਦਾ ਕੀਤਾ। ਫੋਟੋ ਖਿਚਾਣਾ ਇੱਕ ਸਿਰਫ ਇਹ ਨਹੀਂ ਹੈ ਕਿ ਫੇਸਬੁੱਕ ਤੇ ਪਾਤਾ। ਹਾਂ, ਇਹ ਮੈਂ ਵੀ ਦੇਖਿਆ ਕਿ ਲੋਕਾਂ ਨੇ ਫੇਸਬੁੱਕ ਤੇ ਵੀ ਫੋਟੋਆਂ ਪਾ ਕੇ ਐਮਪੀਜ਼ ਦੇ ਨਾਲ। ਮੈਂ ਤੇ ਇੱਕ ਲੀਡਰ ਤੁਹਾਨੂੰ ਦੱਸ ਦਿੰਦਾ ਗੱਲ ਜੀ, ਲੀਡਰ ਵੀ ਸਾਡੀ ਇਹ ਕਮਜ਼ੋਰੀ ਫੜ ਚੁੱਕੇ ਆ। ਜਿੰਨੇ ਮੈਂ ਸਾਰੇ ਲੀਡਰਾਂ ਨੂੰ ਜਾਣਦਾ, ਮੈਂ ਕਿਸੇ ਨਾਲ ਮੇਰਾ ਵਿਰੋਧ ਤਾਂ ਨਹੀਂ ਕਰਦਾ, ਕਿਸੇ ਦਾ ਨਾਂ ਨਹੀਂ ਲੈਂਦਾ, ਪਰ ਮੈਂ ਸਾਰੇ ਲੀਡਰਾਂ ਨੂੰ ਜਾਣਦਾ ਜਿਨ੍ਹਾਂ ਨੂੰ ਪਤਾ ਲੱਗ ਚੁੱਕਿਆ ਵੀ ਇਹ ਲੋਕ ਇੱਕ ਸੈਲਫੀ ਨਾਲ ਬਾਗੋ ਬਾਗ, ਇਹਨਾਂ ਤੋਂ ਕੁਝ ਕਰ ਲਓ, ਇਹਨਾਂ ਨੇ ਫੇਸਬੁੱਕ ਤੇ ਪਾਉਣੀ ਹੁੰਦੀ ਹੈ ਵੀ ਮੇਰੀ ਸਿੱਧੀ ਆ ਜੀ ਐਮਪੀ ਨਾਲ, ਮੇਰੀ ਮਿਨਿਸਟਰ ਨਾਲ ਸਿੱਧੀ ਆ, ਬਸ ਇੱਥੇ ਅਸੀਂ ਸ਼ਾਂਤ ਹਾਂ, ਸਾਡਾ ਕੋਈ ਮਤਲਬ ਨਹੀਂ ਕਿਸੇ ਨੂੰ ਸਵਾਲ ਕਰਨਾ, ਕਿਸੇ ਬੰਦੇ ਤੋਂ ਕੰਮ ਲੈਣਾ ਜਾਂ ਕੁਝ ਕਰਨਾ। ਤੁਸੀਂ ਬਹੁਤ ਹੀ ਬਿਲਕੁਲ ਹੀ ਸਿੱਧੀ ਗੱਲ ਕਰਤੀ ਮਿੰਟੂ ਜੀ। ਤੇ ਐਕਚੁਅਲੀ ਇਦਾਂ ਹੀ ਹੈ ਕਿ ਕਿਉਂਕਿ ਇੰਡੀਆ 'ਚ ਵੀ ਅਸੀਂ ਦੇਖੀਏ ਤਾਂ ਲੋਕਾਂ 'ਚ ਇਹੀ ਹੁੰਦਾ ਵੀ ਪੋਲੀਟੀਸ਼ੀਅਨ ਖੜਾ, ਅੱਛਾ ਮੈਂ ਉਹਦੇ ਨਾਲ ਫੋਟੋ ਖਿਚਾ ਲਈ, ਬਸ ਫਿਰ ਉਸ ਤੋਂ ਬਾਅਦ ਬਸ ਉਹ ਫੋਟੋ ਆ ਗਈ। ਤੇ ਮੈਨੂੰ ਲੱਗਦਾ ਕਿ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਬਟ ਇਹ ਦੇਸ਼ ਜਿਹੜਾ ਕਿ ਇਹ ਦੇਸ਼ ਹੈ ਡਿਫਰੈਂਟ ਹੈ ਇੰਡੀਆ ਤੋਂ। ਇੱਥੇ ਜੇ ਉਹ ਬੜਾ ਸੋਹਣੀ ਚੀਜ਼ ਮੈਂ ਉਦੋਂ ਦੇਖੀ ਸੀ ਕਿ ਜਿਵੇਂ ਸਕਾਟ ਮੋਰਿਸਨ ਕਿਸੇ ਦੇ ਗਾਰਡਨ 'ਚ ਹੀ ਖੜੇ ਸੀ ਤਾਂ ਉਹਨੇ ਕਿਹਾ ਕਿ ਮੇਰੇ ਗਾਰਡਨ ਤੋਂ ਪਰੇ ਹੋ ਜਾਓ ਜੀ, ਮੇਰਾ ਗਾਰਡਨ ਖਰਾਬ ਹੋ ਰਿਹਾ। ਤੁਸੀਂ ਇਹ ਚੀਜ਼ ਇੰਡੀਆ 'ਚ ਨਹੀਂ ਐਕਸਪੈਕਟ ਕਰ ਸਕਦੇ। ਸਕਾਟ ਨੇ ਵੀ ਕੋਈ ਮਾਈਂਡ ਨਹੀਂ ਕੀਤਾ, ਉਹ ਸੌਰੀ ਕਹਿ ਕੇ ਪਾਸੇ ਹੋ ਗਏ। ਤੇ ਇੱਥੇ ਅਸੀਂ ਕੀ ਕਰਦੇ ਹਾਂ, ਡੈਮੀ ਗੋਡਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਇੱਕ ਆਲਮੋਸਟ ਇੱਕ ਸਟੇਚਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪੋਲੀਟੀਸ਼ੀਅਨਸ ਨੂੰ। ਹਾਲਾਂਕਿ ਉਹਨਾਂ ਦਾ ਕੰਮ ਹੈ ਜਨਤਾ ਦੀ ਸੇਵਾ ਕਰਨਾ ਆ ਕੇ, ਨਾ ਕਿ ਜਨਤਾ ਨੂੰ ਇੰਪ੍ਰੈਸ ਕਰਨਾ ਸਿਰਫ ਫੋਟੋਆਂ ਨਾਲ। ਤੁਸੀਂ ਬਹੁਤ ਹੀ ਵਾਜਬ ਗੱਲ ਕਹੀ ਹੈ ਇੱਥੇ। ਤੇ ਜਿੱਦਾਂ ਹੀ ਇਮੀਗ੍ਰੈਂਟਸ ਦੀ ਗੱਲ ਚੱਲ ਰਹੀ ਹੈ ਹੁਣ, ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਤੁਸੀਂ ਕੀ ਐਕਸਪੈਕਟ ਕਰਦੇ ਹੋ ਗਵਰਨਮੈਂਟ ਤੋਂ ਕਿ ਇਮੀਗ੍ਰੈਂਟਸ ਲਈ ਸਪੈਸੀਫਿਕਲੀ ਕੀ ਕਰਨ? ਤੇ ਸਭ ਤੋਂ ਜ਼ਿਆਦਾ ਅਸੀਂ ਦੇਖਦੇ ਹਾਂ ਸਟੂਡੈਂਟਸ ਨੂੰ ਲੈ ਕੇ। ਤੁਹਾਨੂੰ ਕੀ ਲੱਗਦਾ ਹੁਣ ਸਟੂਡੈਂਟਸ ਲਈ ਫੇਰ ਤੋਂ ਦਰਵਾਜ਼ੇ ਖੁੱਲ ਗਏ ਨੇ, ਤੇ ਉਹਨਾਂ ਲਈ ਕੀ ਸਰਕਾਰ ਨੂੰ ਕਰਨਾ ਚਾਹੀਦਾ? ਦੇਖੋ ਪਤਾ ਕੀ ਹੈ, ਜਦੋਂ ਸਟੂਡੈਂਟਸ ਦਾ ਮਸਲਾ ਆਉਂਦਾ ਨਾ, ਮੈਂ ਬਹੁਤ ਮਸਲਿਆਂ 'ਚ ਇਹਨਾਂ ਨਾਲ ਹੱਥੋਂ ਪਾਈ ਕਰਦਾ ਰਹਿਣਾ। ਕੋਈ ਗਵਰਨਮੈਂਟ ਆਵੇ, ਮੈਂ ਤਾਂ ਉਹਨੂੰ ਹਰੇਕ ਨੂੰ ਕਹਿਣਾ ਹੁੰਦਾ ਵੀ ਮੇਰੇ ਕੋਈ ਦੋਸਤ ਨਹੀਂ ਜੀ, ਮੈਂ ਐਜ਼ ਏ ਮੀਡੀਆ ਮੈਂ ਜੋ ਰਾਈਟਰਾਂ ਨੂੰ ਪੁੱਛੂਗਾ ਤੁਹਾਨੂੰ। ਤਾਂ ਮੈਂ ਦੇਖਿਆ ਵੀ ਸਟੂਡੈਂਟਸ ਦੇ ਮਾਮਲੇ 'ਚ ਇਹਨਾਂ ਕੋਲ ਇੱਕ ਦੋ ਮੋਰੀਆਂ ਹੈਗੀਆਂ ਜੀ, ਜਿਹ 'ਚ ਉਹ ਕਹਿ ਦਿੰਦੇ ਆ ਵੀ ਅਸੀਂ ਸਟੂਡੈਂਟਸ ਨੂੰ ਪੱਕੇ ਕਰਨ ਦਾ ਵਾਅਦਾ ਹੀ ਨਹੀਂ ਕੀਤਾ, ਅਸੀਂ ਤਾਂ ਸਟੂਡੈਂਟਸ ਨੂੰ ਕਿਹਾ ਪੜ੍ਹਾਈ ਕਰਨ ਆਓ ਤੇ ਕਰੋ, ਸਾਡਾ ਤਾਂ ਇੱਕ ਬਿਜ਼ਨਸ ਆ। ਜੇ ਬੰਦਾ ਜਦੋਂ ਇਦਾਂ ਕਹਿ ਦਿੰਦਾ ਤੇ ਕਿਤੇ ਲੀਗਲੀ ਅਸੀਂ ਫਿਰ ਬੜਾ ਦੱਬ ਕੇ ਪ੍ਰੈਸ਼ਰ ਨਹੀਂ ਪਾ ਸਕਦੇ, ਕਿਉਂਕਿ ਉਹ ਟਰਮਸ ਐਂਡ ਕੰਡੀਸ਼ਨ ਦੇ ਵਿੱਚ ਇਹ ਚੀਜ਼ਾਂ ਲਿਖੀਆਂ ਹੋਈਆਂ। ਹਾਂ, ਅਸੀਂ ਜਿੱਥੇ ਕਰ ਸਕਦੇ ਹਾਂ ਵੀ ਉਹਨਾਂ ਨਾਲ ਇੱਥੇ ਕੋਈ ਧੱਕਾ ਨਾ ਹੋਵੇ, ਕੋਈ ਰਿਸ਼ਵਤ ਨਾ ਹੋਵੇ, ਐਕਸਪਲੋਇਟੇਸ਼ਨ ਨਾ ਹੋਵੇ, ਕਿਸੇ ਕਿਸਮ ਦਾ ਉਹਨਾਂ ਨੂੰ ਕਿਤੇ ਨਾ ਕੋਈ ਤੰਗ ਕੀਤਾ ਜਾਵੇ, ਅਸੀਂ ਉਹਦੇ ਲਈ ਉਹਨਾਂ ਦੀ ਆਵਾਜ਼ ਉਠਾ ਸਕਦੇ ਹਾਂ। ਪਰ ਜੇ ਅਸੀਂ ਕਹੀਏ ਵੀ ਇਹਨੂੰ ਕਹੀਏ ਵੀ ਸਟੂਡੈਂਟਾਂ ਨੂੰ ਆਉਣ ਸਾਰ ਪੀਆਰ ਦਿਓ, ਸੌਖੀ ਪੀਆਰ ਦਿਓ, ਉਹ ਨਹੀਂ, ਕਿਉਂਕਿ ਉਹ ਇਹਨਾਂ ਦਾ ਮੁਲਕ ਆ, ਇਹਨਾਂ ਨੇ ਆਪਦੀ ਮੈਨੇਜਮੈਂਟ ਕਰਨੀ ਆ। ਜੇ ਅਸੀਂ ਇੱਥੇ ਆਏ ਆ, ਅਸੀਂ ਇਹਨਾਂ ਨੇ ਸਾਨੂੰ ਧੱਕੇ ਨਾਲ ਨਹੀਂ ਇਨਵੀਟੇਸ਼ਨ ਦਿੱਤਾ, ਇਕੱਲੇ ਅਸੀਂ ਨਾਲੇ ਇੰਡੀਅਨ ਨੂੰ ਨਹੀਂ ਦਿੱਤਾ, ਇੱਥੇ ਵਰਲਡ ਵਾਈਡ
ਸੋ ਇਸ ਕਰਕੇ ਸਾਡੇ ਸਟੂਡੈਂਟਸ ਦੇ ਮਾਮਲੇ ਦੇ ਵਿੱਚ ਤਾਂ ਅਸੀਂ ਇਸ ਗੱਲ ਤੇ ਖੜੇ ਹਾਂ ਵੀ ਉਹਨਾਂ ਨਾਲ ਕਈ ਵਾਰੀ ਇਹ ਜੇ ਧੱਕੇ ਹੋ ਜਾਂਦੇ ਆ ਵੀ ਕੋਈ ਨਕਲੀ ਕਾਲਜ ਨਿਕਲਿਆ ਆ, ਕਿਸੇ ਨੇ ਧੱਕਾ ਕਾਲਜ ਨੇ ਕਰਤਾ, ਫੀਸਾਂ ਮਾਰ ਲੀਆਂ ਜਾਂ ਉਹਨਾਂ ਨੂੰ ਸਹੀ ਜੋਬਾਂ ਤੋਂ ਘੱਟ ਪੈਸੇ ਦੇ ਰਹੇ ਆ, ਉਹਨਾਂ ਥਾਵਾਂ ਤੇ ਆਪਾਂ ਇਹ ਗਵਰਨਮੈਂਟ ਤੋਂ ਫਾਇਦਾ ਉਠਾ ਸਕਦੇ ਹਾਂ। PR ਲੈਣ ਦੇ ਮਾਮਲੇ 'ਚ ਤਾਂ ਇਹਨਾਂ ਨੇ ਆਪਦੇ ਰਾਹ ਹੀ ਤੁਰਨਾਗਾ, ਠੀਕ ਹੈ। ਦੂਜੀ ਜਿਹੜੀ ਮਾਈਗ੍ਰੇਸ਼ਨ ਦੇ ਜਿਹੜੇ ਅਸੀਂ ਵੀ ਜਿਹੜੇ ਮਾਈਗ੍ਰੈਂਟ ਆਏ ਆ, ਸਾਡੇ ਮਾਮਲਿਆਂ 'ਚ ਸਭ ਤੋਂ ਵੱਡਾ ਜਿਹੜੀ ਪ੍ਰੋਬਲਮ ਪੇਰੈਂਟਸ ਦੀ ਆ। ਪੇਰੈਂਟਸ ਦੇ ਮਾਮਲੇ ਤੁਸੀਂ ਵਰਲਡ ਦੇ ਵਿੱਚ ਦੇਖੋ, ਇੰਗਲੈਂਡ ਆ ਛੋਟਾ ਜਿਹਾ ਕੰਟਰੀ ਆ, ਕਿੰਨਾ ਸਖਤ ਆ, ਪਰ ਜੇ ਉੱਥੇ ਮਾਂ-ਬਾਪ ਦੀ ਜੇ ਕੋਈ ਗੱਲ ਹੁੰਦੀ ਹੈ ਤਾਂ 1 ਸੈਕਿੰਡ 'ਚ 10 ਸਾਲ ਦੀ ਸਟੰਪ ਲਾ ਕੇ ਦੇ ਦਿੰਦੇ ਆ ਪੇਰੈਂਟਸ ਨੂੰ, ਕਿਤੇ ਨਹੀਂ ਪੁੱਛਦੇ ਕਿਸੇ ਚੀਜ਼ ਨੂੰ। ਅਮਰੀਕਾ ਕੈਨੇਡਾ 'ਚ 10 ਸਾਲ ਦੀ ਸਟੰਪ 1 ਮਿੰਟ 'ਚ ਲਾ ਦਿੰਦੇ। ਤੇ ਇੱਥੇ ਮੈਨੂੰ ਖੁਦ ਨੂੰ ਸਟਰਗਲ ਕਰਨਾ ਪੈ ਰਿਹਾ। ਮੈਨੂੰ ਕਈ ਵਾਰੀ ਲੋਕ ਕਹਿੰਦੇ ਵੀ ਤੂੰ ਸਾਡੀ ਸਿਫਾਰਿਸ਼ ਕਰ ਦੇ, ਪਰ ਸਿਫਾਰਿਸ਼ ਇਹਨਾਂ ਨੂੰ ਪਤਾ ਹੀ ਨਹੀਂ ਵੀ ਇੱਥੇ ਨਹੀਂ ਚੱਲਦੀ, ਇੱਥੇ ਕੁਝ ਨਹੀਂ ਚੱਲਦੀ। ਮੈਂ ਖੁਦ ਆਪਣੀ ਮਾਤਾ ਦਾ ਵੀਜ਼ਾ ਲਵਾਉਣ ਵਾਸਤੇ ਹਰ ਹਿੱਲਾ ਕਰੀ ਜਾਂਦਾ, ਤੇ ਪਰ ਮੈਂ ਨਹੀਂ ਲਵਾ ਪਾ ਰਿਹਾ। ਸੋ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸਾਨੂੰ ਇੱਥੇ, ਅਸੀਂ ਇਹਨਾਂ ਨੂੰ ਇਵੇਂ ਬਲੇਮ ਨਹੀਂ ਕਰ ਸਕਦੇ। ਇਹ ਬਲੇਮ ਤਾਂ ਨਹੀਂ ਕਰ ਸਕਦੇ ਵੀ ਇਹ ਕਹਿ ਦਿੰਦੇ ਆ ਵੀ ਤੁਸੀਂ ਟਰਮਸ ਐਂਡ ਕੰਡੀਸ਼ਨ ਪੜ੍ਹ ਕੇ ਆਉਣਾ ਸੀ, ਅਸੀਂ ਤੁਹਾਨੂੰ ਕਦੋਂ ਵਾਅਦਾ ਕੀਤਾ ਸੀ। ਬਿਲਕੁਲ ਬਿਲਕੁਲ। ਤੇ ਮੈਂ ਇਹ ਦੇਖ ਰਹੀ ਹਾਂ ਕਿ ਜਿਹੜਾ ਸਟੂਡੈਂਟਸ ਦਾ ਵੀ ਗੱਲਬਾਤ ਹੋ ਰਹੀ ਹੈ ਕਿ ਉਹ ਆ ਰਹੇ ਹੈ, ਤੇ ਮੈਂ ਇਹ ਦੇਖਿਆ ਸੀ ਕਿ ਸਟੂਡੈਂਟਸ ਵੀ 9-9 10-10 ਸਾਲ ਤੋਂ ਸਟੂਡੈਂਟ ਵੀਜ਼ੇ ਤੇ ਹੀ ਬੈਠੇ ਆ। ਉਹਨਾਂ ਨੂੰ ਕਿਤੇ PR ਦੀ ਰਾਹ ਹੀ ਨਹੀਂ ਦਿਖ ਰਹੀ ਕਿ ਕਿੱਦਾਂ ਸੈਟਲਮੈਂਟ ਅੱਗੇ ਹੋਣੀ ਹੈ। ਬਲਕਿ ਨਿਆਣੇ ਵੀ ਹੋ ਜਾਂਦੇ ਨੇ, ਬਟ ਉਹ ਫਿਰ ਵੀ ਮਾਂ-ਬਾਪ ਹਜੇ ਵੀ ਸਟੂਡੈਂਟ ਵੀਜ਼ੇ ਤੇ ਹੀ ਬੈਠੇ ਹੋਏ ਨੇ। ਇਹਦੇ ਬਹੁਤ ਸਾਰੇ ਪੱਖ ਆ ਜੀ। ਮੇਨ ਪੱਖ ਤਾਂ ਇਹਦੇ 'ਚ ਮੈਂ ਕਿਸੇ ਨੂੰ ਕਸੂਰਵਾਰ ਨਹੀਂ ਠਹਿਰਾਉਂਦਾ, ਹੈ ਕਿਸਮਤ ਦਾ ਵੀ ਹੁੰਦਾ, ਬੰਦੇ ਤੇ ਕਿਸਮਤ ਹੀ ਇਹ ਜਾਂਦੀ ਹੈ। ਕਿਸੇ ਨੇ ਸਟਰਗਲ ਕਰਕੇ ਲੈਣਾ ਹੁੰਦਾ, ਕਿਸੇ ਨੂੰ ਈਜ਼ੀ ਮਿਲ ਜਾਂਦਾ, ਪਰ ਕਿਤੇ ਨਾ ਕਿਤੇ ਆਪਣੀਆਂ ਖੁਦ ਦੀਆਂ ਗਲਤੀਆਂ ਵੀ ਹੁੰਦੀਆਂ। ਮੈਂ ਪਿਛਲੇ 10 ਸਾਲ ਤੋਂ ਰੇਡੀਓ ਜਰੀਏ, ਅਖਬਾਰ ਜਰੀਏ ਰੋਜ਼ ਲੋਕਾਂ ਨੂੰ ਕਹਿਣਾ ਸੀ ਵੀ ਪਿੰਡਾਂ 'ਚ ਆ ਜਾਓ, ਪਿੰਡਾਂ 'ਚ ਆ ਜਾਓ, ਪਿੰਡਾਂ 'ਚ ਆ ਜਾਓ, ਸ਼ਹਿਰਾਂ 'ਚ ਨਹੀਂ ਕੁਝ ਮਿਲਣਾ, ਪਰ ਨਹੀਂ ਨਿਕਲੇ ਸ਼ਹਿਰਾਂ 'ਚ। ਉਹਨਾਂ ਨੂੰ ਉਹ 750 ਦੇ ਗੇਟ 'ਚ ਪਏ ਰਹੇ, ਉੱਥੇ ਟੈਕਸੀ ਚਲਾਈ ਆ, ਜੇ ਪੈਸੇ ਬਣਦੇ ਆ, ਛੱਡੋ ਖੜਾ ਹੋ ਜੂ ਆਪੇ। ਪਰ ਜਿਹੜੇ ਬੰਦੇ ਉਦੋਂ ਨਿਕਲੇ ਪਿੰਡਾਂ 'ਚ, ਉਹ ਪਿੰਡਾਂ 'ਚ ਅੱਜ ਬਹੁਤ ਸੋਹਣੀਆਂ ਆਵੀਆਂ ਪ੍ਰਾਪਰਟੀਆਂ ਬਣਾਈ ਬੈਠੇ ਆ, PRਾਂ ਵੀ ਲੈ ਲਈਆਂ, ਜ਼ਿੰਦਗੀ ਸੁਖਾਲੀ ਆ, ਉਹ ਸੌਖੇ ਹੋ ਗਏ। ਹੁਣ ਜਾ ਕੇ ਇਹ ਗੱਲ ਹੁਣ ਸਮਝ ਆਈ ਹੈ ਜਦੋਂ ਗਵਰਨਮੈਂਟ ਨੇ ਪ੍ਰੋਪਰ ਸੰਘੀ ਫੜ ਲਈ। ਪ੍ਰੋਪਰ ਗਵਰਨਮੈਂਟ ਨੇ ਕਿਹਾ ਵੀ ਜਿਹੜੇ ਕੰਮ ਲਈ ਸੀ ਤੁਹਾਨੂੰ ਸੱਦਿਆ, ਸੀ ਆਪਦੇ ਅਨਡਿਵੈਲਪ ਏਰੀਆ ਡਿਵੈਲਪ ਕਰਨੇ ਆ, ਤਾਂ ਉੱਥੇ ਜਾਓ, ਸਿਟੀਆਂ 'ਚ ਕਿਉਂ ਬੈਠੇ ਹੋ? ਤਾਂ ਉਹ ਉਹਨਾਂ ਨੂੰ ਉੱਥੇ ਭੇਜ ਰਹੇ ਆ। ਹੁਣ ਰੀਜਨਲ ਏਰੀਆ ਦੇ ਵਿੱਚ ਜਾਓ, ਤੁਸੀਂ ਮਾਊਂਟ ਗੈਂਬੀਅਰ ਜਾਓ। ਪਿਛਲੇ 1 ਸਾਲ ਦੇ ਵਿੱਚ 1000 ਬੰਦਾ ਮਾਊਂਟ ਗੈਂਬੀਅਰ 'ਚ ਮੂਵ ਹੋ ਗਿਆ ਜੀ। ਤਾਂ ਉਹ ਮੂਵ ਹੋਣ ਨਾਲ ਮਾਊਂਟ ਗੈਂਬੀਅਰ ਦੇ ਵਿੱਚ ਚਹਿਲ ਪਹਿਲ ਵੱਧ ਗਈ, ਉਹਨਾਂ ਦਾ ਬਿਜ਼ਨਸ ਵੱਧ ਗਿਆ, ਸਾਰਾ ਕੁਝ ਹੋ ਗਿਆ। ਇਵੇਂ ਰਿਵਰਲੈਂਡ ਦੇ ਵਿੱਚ ਵੀ 15% ਆਬਾਦੀ ਵਧੀ ਆ ਪਿਛਲੇ 6 ਮਹੀਨਿਆਂ 'ਚ। ਅੱਛਾ, ਤਾਂ ਲੋਕ ਜਾ ਰਹੇ ਆ। ਰੋਜ਼ ਮੈਨੂੰ ਕਾਲ ਆਉਂਦੀ ਆ ਸਾਰਿਆਂ ਦੀ, ਕੋਈ ਟੀਚਿੰਗ 'ਚ ਆ, ਕੋਈ ਨਰਸਿੰਗ 'ਚ ਆ, ਕੋਈ ਹਾਰਟੀਕਲਚਰ, ਐਗਰੀਕਲਚਰ 'ਚ ਆ, ਤੇ ਆਈ ਜਾਂਦੇ ਆ, ਤਾਂ ਉਹਨਾਂ ਦੇ ਕੰਮ ਵੀ ਬਣੀ ਜਾਂਦੇ ਆ। ਸੋ ਇਸ ਕਰਕੇ ਇਹ 'ਚ ਆਪਾਂ ਦੋਸ਼ ਗਵਰਨਮੈਂਟ ਨੂੰ ਨਹੀਂ ਲਾਉਣਾ। ਗਵਰਨਮੈਂਟ ਨੇ ਪਲਾਨ ਬਣਾ ਕੇ ਦਿੱਤੇ, ਉਹਨਾਂ ਨੂੰ ਲੋੜ ਸੀ ਹਾਰਟੀਕਲਚਰਾਂ ਦੀ, ਉਹਨਾਂ ਨੇ ਉਹ 'ਚ ਦਿੱਤੇ। ਉਹਨਾਂ ਨੂੰ ਕੁੱਕਰੀ ਦੀ ਲੋੜ ਸੀ, ਕੁੱਕਰੀ ਦਿੱਤੇ। ਪਰ ਸਾਡਾ ਕੀ ਆ, ਕੁੱਕਰੀ 'ਚ ਅਸੀਂ ਪੜ੍ਹਾਈ ਕੀਤੀ, ਚਲਾਈ ਅਸੀਂ ਟੈਕਸੀ, ਜੋਬ ਅਸੀਂ ਕਿਤੇ ਟਰੱਕ ਚਲਾ ਕੇ ਕਰ ਲਈ, ਅਸੀਂ ਕੋਈ ਸਿੱਖਿਆ ਨਹੀਂ, ਤੇ PR ਸਾਨੂੰ ਚਾਹੀਦੀ ਹੈ ਕੁੱਕਰੀ 'ਚ। ਇਹ 'ਚ ਅਸੀਂ ਕਸੂਰਵਾਰ। ਤੇ ਖੇਤੀਬਾੜੀ ਦਾ ਵੀ ਤੁਹਾਨੂੰ ਲੱਗਦਾ ਕਿ ਖੇਤੀਬਾੜੀ 'ਚ ਵੀ ਇਹਨਾਂ ਨੂੰ ਕੁਝ ਹੋਰ ਕਰਨਾ ਚਾਹੀਦਾ ਸਰਕਾਰ ਨੂੰ? ਜਿਵੇਂ ਇੰਨੇ ਸਾਰੇ ਇੰਡੀਅਨ ਫਾਰਮਰਸ, ਤੁਸੀਂ ਆਪ ਇੱਕ ਐਗਰੀਕਲਚਰਿਸਟ ਹੋ, ਤੇ ਇਸ ਵਿਸ਼ੇ ਤੇ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਕੁਝ ਹੋਰ ਕਰਨੇ ਚਾਹੀਦੇ ਹੈ? ਦੇਖੋ, ਐਗਰੀਕਲਚਰ ਦੇ ਮਾਮਲੇ ਦੇ ਵਿੱਚ ਸਰਕਾਰ ਕਾਫੀ ਕੁਝ ਕਰਦੀ ਆ, ਨਾ ਕਰਨ ਵਾਲੀ ਗੱਲ ਨਹੀਂ ਹੈ। ਵਧੀਆ, ਉਹ ਜਿੱਥੇ ਜਿੱਥੇ ਉਹਦਾ ਸਾਥ ਦੇਣਾ ਬਣਦਾ ਉਹ ਦਿੰਦੀ ਆ, ਪਰ ਕਿਤੇ ਨਾ ਕਿਤੇ এনवायरमेंट ਆ ਜਿਹੜਾ ਉਹ ਆੜੇ ਆਉਂਦਾ। ਪਾਣੀ ਆਸਟ੍ਰੇਲੀਆ ਲਈ ਸਭ ਤੋਂ ਵੱਡਾ ਮੁੱਦਾ। ਜੇ ਪਾਣੀ ਹੋਵੇ ਤਾਂ ਆਸਟ੍ਰੇਲੀਆ ਦੇ ਵਿੱਚ ਜ਼ਮੀਨ ਦੀ ਕੋਈ ਕਮੀ ਨਹੀਂ, ਇਸ ਕਰਕੇ ਉਨੇ ਪੱਧਰ ਤੇ ਖੇਤੀ ਨਹੀਂ ਹੋ ਪਾ ਰਹੀ ਜਿੰਨੀ ਹੋਣੀ ਚਾਹੀਦੀ ਆ। ਸੋ ਇਸ ਕਰਕੇ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਸਰਕਾਰ ਦੇ ਮੂਹਰੇ ਆੜੇ ਆਈ ਹੋਈ ਹੈ। ਠੀਕ ਹੈ। ਤੇ ਮਿੰਟੂ ਜੀ, ਫਿਰ ਖਤਮ ਕਰਦੇ ਹੋਏ ਗੱਲਬਾਤ ਨੂੰ, ਤੇ ਮੈਂ ਤੁਹਾਨੂੰ ਫਿਰ ਤੁਹਾਡੇ ਤੋਂ ਪੁੱਛੂੰਗੀ ਕਿ ਤੁਹਾਨੂੰ ਕੀ ਲੱਗਦਾ ਕਿ ਟੌਪ 3 ਚੈਲੰਜਸ ਕੀ ਹੋਣਗੇ ਪੀਟਰ ਮੈਲਨੈਸਕਸ ਲੇਬਰ ਪਾਰਟੀ ਦੀ ਗਵਰਨਮੈਂਟ ਲਈ, ਤੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਰੋਡ ਮੈਪ ਕਿੱਦਾਂ ਦਾ ਹੋਣਾ ਚਾਹੀਦਾ? ਦੇਖੋ, ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਜਿਹੜੀ ਹੈਲਥ ਨੂੰ, ਉਹਨਾਂ ਨੇ ਜਿਹੜਾ ਵਾਅਦੇ ਕੀਤੇ ਆ, ਵਾਅਦਿਆਂ ਨੂੰ ਉਹਨਾਂ ਨੂੰ ਨਿਭਾਉਣਾ ਪੈਣਾਗਾ। ਇਹ ਨਹੀਂ ਹੈ ਵੀ ਵਾਅਦੇ ਉਹ ਆਖਣ ਵੀ ਮੈਂ ਚੌਥੇ ਸਾਲ 'ਚ ਨਿਭਾਊਂ। ਇੱਥੇ ਕਲਚਰ ਨਹੀਂ ਹੈ ਵੀ ਲਾਸਟ ਈਅਰ 'ਚ ਕਰਨ, ਇੱਥੇ ਇਹਨਾਂ ਨੂੰ ਇਸੇ ਸਾਲ 'ਚ ਹੀ ਸ਼ੁਰੂ ਕਰਨੇ ਪੈਣੇ ਆ। ਇਹਨਾਂ ਨੂੰ ਕੱਲ ਤੋਂ ਹੀ ਸ਼ੁਰੂ ਕਰਨਾ ਪੈਣਾ ਕੰਮ, ਵੀ ਕਿਵੇਂ ਉਹ ਹੌਲੀ ਹੌਲੀ ਕਮ ਬੈਕ ਕਰਾਉਂਦੇ ਆ ਜਿਹੜੇ ਹੋਏ ਆ। ਸਭ ਤੋਂ ਪਹਿਲਾਂ ਆਪਦਾ ਇਹਨਾਂ ਨੂੰ ਚੋਣ ਮੈਨੀਫੈਸਟੋ ਆ ਉਹ ਕਲੀਅਰ ਕਰਨਾ ਪਊਗਾ। ਉਸ ਤੋਂ ਬਾਅਦ ਜਿੱਥੋਂ ਜਿਹੜੀਆਂ ਮੈਂ ਸੋਚਦਾ, ਪੀਟਰ ਇੱਕ ਲੰਮੀ ਰੇਸ ਦੇ ਘੋੜੇ ਆ, ਤੇ ਉਹ 1 ਟਰਮ ਲਈ ਜਾਂ 2 ਟਰਮਾਂ ਲਈ ਮੁੱਖ ਮੰਤਰੀ ਬਣਨ ਵਾਸਤੇ ਨਹੀਂ ਆਏ ਇੱਥੇ। ਉਹ ਨੌਜਵਾਨ ਹੁਣ ਤੱਕ ਜਿੰਨਾ ਕੁ ਉਹਨਾਂ ਨੇ ਕੀਤਾ, ਲੋਕਾਂ ਦੇ ਦਿਲਾਂ 'ਚ ਘਰ ਥਾਂ ਬਣਾਇਆ, ਤੇ ਇਹ ਸਾਨੂੰ ਆਸ ਆ ਵੀ ਉਹ ਮਿਹਨਤੀ ਬੰਦਾ ਕੁਛ ਨਾ ਕੁਛ ਵਧੀਆ ਕਰਕੇ ਇਹਨਾਂ ਚੈਲੰਜਾਂ ਨੂੰ ਕੱਢੂਗਾ,
ਤੇ ਦੂਜੀ ਜਿਹੜੀ ਇਹਨਾਂ ਦੀ ਮੇਨ ਜਿਹੜੀ ਮੈਂ ਦੇਖਿਆ ਵੀ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਨਾ ਖਾਨਦਾਨੀ ਲੋਕ ਬੈਠੇ ਆ, ਤੇ ਉਹ ਜਿਵੇਂ ਬਾਦਲਾਂ ਦੀ ਆਪਾਂ ਗੱਲ ਕਰਦੇ ਵੀ ਇੱਕ ਦੂਜੇ ਨੂੰ ਛੱਡੀ ਜਾਂਦੇ ਆ, ਇੱਥੇ ਪਿਓ ਪੁੱਤ ਨੂੰ ਨਹੀਂ ਛੱਡ ਰਿਹਾ, ਸੀਟ ਤਾਂ ਵੱਖਰੀ ਗੱਲ ਆ, ਪਰ ਉਹ ਆਪਦੇ ਕਿਸੇ ਚਹੇਤੇ ਕੈਂਡੀਡੇਟ ਨੂੰ ਛੱਡ ਕੇ ਜਾਊਗਾ ਨਹੀਂ, ਉੱਥੋਂ ਹੀ ਜਿੱਤੀ ਜਾਂਦਾ, ਉੱਥੇ ਸਵਿੰਗ ਨਹੀਂ ਪਾ ਰਹੇ। ਤੇ ਹੁਣ ਮੈਨੂੰ ਲੱਗਦਾ ਜਿਹੜੀ ਲੇਬਰ ਇਸ ਤੇ ਵੀ ਵਰਕਆਊਟ ਕਰੂਗੀ, ਉਹ ਉਹਨਾਂ ਸੀਟਾਂ ਨੂੰ ਵੀ ਟਾਰਗੇਟ ਕਰੂਗੀ ਜਿੱਥੇ ਉਹ ਕਦੇ ਵੀ ਨਹੀਂ ਜਿੱਤਦੇ, ਤੇ ਉੱਥੇ ਵੱਧ ਤੋਂ ਵੱਧ ਉਹ ਆਪਦਾ ਜਿਹੜਾ ਦੇਣਗੇ। ਐਜੂਕੇਸ਼ਨ ਨੂੰ ਜ਼ਰੂਰ ਇਹ ਦੇਊਗਾ, ਇਹਨਾਂ ਨੇ ਅਨਾਉਂਸ ਪਹਿਲਾਂ ਹੀ ਕਰ ਚੁੱਕੇ ਆ ਵੀ ਐਜੂਕੇਸ਼ਨ ਨੂੰ ਵੀ ਉਹਨਾਂ ਨੇ ਦੇਣਾ। ਤਾਂ ਉਹਨਾਂ ਦੀ ਇੱਕ ਗੱਲ ਇਹ ਮੰਨਣੀ ਮੈਨੂੰ ਵਧੀਆ ਲੱਗਦੀ ਹੈ, ਉਹ ਅਕਸਰ ਆਪਦੇ ਲੈਕਚਰਾਂ 'ਚ ਵੀ ਕਹਿੰਦੇ ਹੁੰਦੇ ਆ, ਤੁਸੀਂ ਜਦੋਂ ਵੀ ਦੇਖੋਗੇ ਉਹਨਾਂ ਦੇ ਲੈਕਚਰ ਦੀ ਇਹ ਮੇਨ ਹੁੰਦਾ ਵੀ ਮੈਂ ਇੰਨਾ ਕੁ ਸ਼ੁਕਰਗੁਜ਼ਾਰ ਹਾਂ, ਮੈਂ ਇੱਕ ਐਡੀ ਵਧੀਆ ਡੈਮੋਕ੍ਰੇਸੀ 'ਚ ਸਾਹ ਲੈ ਰਿਹਾ ਜਿਹੜੀ ਕਿ ਦੁਨੀਆ ਦੀ ਟੌਪ ਡੈਮੋਕ੍ਰੇਸੀ ਕਹਿ ਸਕਦੇ ਹਾਂ। ਸੋ ਇਹ ਮੈਨੂੰ ਲੱਗਦਾ ਉਹਨੂੰ ਬਣਾਈ ਰੱਖਣਗੇ। ਤੇ ਤੁਹਾਨੂੰ ਕੀ ਲੱਗ ਰਿਹਾ ਉਹਨਾਂ ਦੀ ਟੀਮ 'ਚ ਕਿੱਦਾਂ ਦੀ ਟੀਮ ਆਈ ਹੈ ਇਸ ਵਾਰ, ਤੁਹਾਨੂੰ ਉਹਦੇ ਬਾਰੇ ਕੁਝ ਦੱਸੋ। ਟੀਮ ਦੇਖੋ, ਪਹਿਲੀ ਗੱਲ ਤਾਂ ਟੀਮ ਨਾਰਮਲੀ ਪਹਿਲਾਂ ਹੀ ਡਿਕਲੇਅਰ ਹੋ ਜਾਂਦੀ ਆ, ਇੱਥੇ ਇੰਡੀਆ ਵਾਂਗੂ ਨਹੀਂ ਹੈ ਵੀ ਕੌਣ ਕੀ ਬਣੂਗਾ। ਇੱਥੇ ਤਾਂ 4 ਸਾਲ ਤੋਂ ਐਜ਼ ਏ ਸ਼ੈਡੋ ਮਿਨਿਸਟਰ ਉਹ ਕੰਮ ਕਰ ਰਹੇ ਸੀ, ਮਲਟੀਕਲਚਰ ਦੇ ਵਿੱਚ ਜੋਏ ਬੈਟਿਸਨ ਕੰਮ ਕਰ ਰਹੀ ਸੀ, ਸੂਜ਼ਨ ਕਲੌਜ਼ ਆਪਦੀ ਐਜੂਕੇਸ਼ਨ ਤੇ ਉਹਨਾਂ 'ਚ ਕੰਮ ਕਰ ਰਹੇ ਸੀ, ਪਰ ਫਿਰ ਵੀ ਸਾਨੂੰ ਆਸ ਹੈ ਇੱਕ ਦੋ ਚਿਹਰੇ ਹੋਰ ਨਵੇਂ ਵੀ ਜਿਹੜੇ ਐਜ਼ ਏ ਮੰਤਰੀ ਦੇ ਤੌਰ ਤੇ ਲਏ ਜਾਣਗੇ। ਤੇ ਇੱਥੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਜਦੋਂ ਬੰਦਾ ਨੌਜਵਾਨ ਇੰਜਨ ਲੱਗਿਆ ਹੋਵੇ ਨਾ, ਕਈ ਵਾਰੀ ਜੋ ਇੰਜਨ ਪਾਵਰਫੁੱਲ ਆ ਤੇ ਡੱਬੇ ਕਈ ਵਾਰੀ ਹੰਭ ਜਾਂਦੇ ਆ, ਫਿਰ ਡੱਬੇ ਪੁਰਾਣੇ ਨਹੀਂ ਰਹਿੰਦੇ। ਸੋ ਤਾਂ ਹੀ ਮੈਨੂੰ ਲੱਗਦਾ ਵੀ ਇੰਜਨ ਡੱਬੇ ਵੀ ਜਿਹੜੇ ਚੰਗੇ ਆਉਣਗੇ ਇਸ ਵਾਰ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਮਿੰਟੂ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ।